बेशक ये हरियाणा गवर्नमेंट ने दित्ती है पर माहौल तो पंजाब का ही खराब किया जा रहा ना। एक वो कह सकते हैं नैरेटिव सिरजिया जा रहा कि पंजाब का जिहड़ा माहौल आ उहनूं खराब किया जाए। मैं इस चीज़ नूं कह सकती हाँ कि ये पिछे बहुत वड्डी सियासत आ। ये मुक्कर रहे ने कि साडा हत्थ नहीं, 100% सरकार का हत्थ आ। 11 अप्रैल 2022 नूं ਜਿਹੜਾ ਹੈਗਾ ਹਰਿਆਣੇ ਦੇ ਗੈਜਟ ਦੇ ਵਿੱਚ ਇੱਕ ਨਵਾਂ ਮਤਲਬ ਨੋਟੀਫਿਕੇਸ਼ਨ ਦੇ ਕੇ ਇੱਕ ਨਵਾਂ ਐਕਟ ਲਿਆਂਦਾ ਗਿਆ, ਹਰਿਆਣਾ ਐਕਟ ਨੰਬਰ 15 ਆਫ 2022। ਐਕਟ ਦਾ ਨਾਮ ਹੈਗਾ ਦਾ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ 2022। ਇਹ ਕਾਨੂੰਨ ਸਪੈਸੀਫਿਕਲੀ ਅਪ੍ਰੈਲ ਦੇ ਵਿੱਚ ਆਉਂਦਾ ਆ। ਉਦੋਂ ਬਾਅਦ ਇਸ ਲਾਅ ਨੂੰ ਯੂਜ਼ ਕਰਦੇ ਹੋਏ ਡੇਰਾ ਸੱਚਾ ਸੌਦਾ ਵਾਲਾ ਬਾਬਾ 1 ਜੂਨ ਦੇ ਵਿੱਚ ਤੇ ਦੈਨ ਹੁਣ 40 ਦਿਨਾਂ ਦੀ ਜਿਹੜੀ ਹੈਗੀ ਆ ਉਹ ਪੈਰੋਲ ਆ ਜਿਹੜੀ ਉਹ ਲੈ ਕੇ ਉਹ ਛੁੱਟ ਆਇਆ। ਮੰਨ ਲਓ ਜੇ ਕਾਨੂੰਨ ਵੀ ਹੈਗਾ ਕਿ ਪੈਰੋਲ ਮਿਲੇ, ਪਰ ਕੀ ਇੱਕ ਹਾਰਡਕੋਰ ਕ੍ਰਿਮੀਨਲ ਉਹਨੂੰ ਵੀ ਹੱਕ ਹੈ ਕਿ ਉਹ ਬਾਹਰ ਆ ਸਕਦਾ ਹੈ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਤੋ ਇਹ ਜਿਹੜੇ ਹਾਰਡਕੋਰ ਕ੍ਰਿਮੀਨਲ ਆ ਇਹਨਾਂ ਦਾ ਕੋਈ ਮੈਟਰ ਆਫ ਰਾਈਟ, ਮੈਂ ਕਹਿ ਰਹੀ ਹਾਰਡਕੋਰ ਕ੍ਰਿਮੀਨਲ ਕਿ ਕਿਸੇ ਦਾ ਵੀ ਮੈਟਰ ਆਫ ਰਾਈਟ ਨਹੀਂਗਾ। ਇਹ ਸਿਰਫ ਇਹੀ ਆ ਕਿ ਜਿਸकी ਲਾਠੀ ਉਸकी भैंस, ਸਿੱਧੀ ਜੀ ਗੱਲ ਆ। ਜਿਹਦੀ ਚੱਲ ਰਹੀ ਆ ਉਹ ਆਪਦੀ ਚਲਾ ਰਿਹਾ ਆ। ਬਾਕੀ ਜੋ ਆਪਣੇ ਆਪ ਨੂੰ ਕਰ ਰਹੇ ਨੇ ਉਹਨਾਂ ਨੂੰ ਤਾਂ ਮਿਲਦੀ ਨਹੀਂ ਪੈਰੋਲ, ਠੀਕ ਹੈ। ਉਹਨਾਂ ਨੂੰ ਤਾਂ ਪਤਾ ਨਹੀਂ ਕਿੰਨੀਆਂ ਕੰਡੀਸ਼ਨ ਆ, ਇਹਨਾਂ ਨੂੰ ਬੜੀ ਜਲਦੀ ਮਿਲ ਜਾਂਦੀ ਆ ਔਰ 2-2 ਵਾਰ ਮਿਲ ਜਾਂਦੀ ਆ ਤੇ ਉਹ ਮਿਲ ਵੀ ਬੜੀ ਈਜ਼ੀਲੀ ਜਾਂਦੀ ਆ ਔਰ ਸਪੈਸੀਫਿਕਲੀ ਲਾਅ ਵੀ ਬਣ ਕੇ ਆ ਜਾਂਦਾ। ਸੋ ਇਹਦੇ ਪਿੱਛੇ ਬਹੁਤ ਵੱਡੀ ਚਾਲ ਆ। ਇਹ ਸਾਨੂੰ ਗਲਤ ਪਾਸੇ ਲੈ ਕੇ ਜਾ ਰਿਹਾ। ਦੂਜੀ ਗੱਲ ਆ ਕਿ ਉਹ ਜਿਹੜੇ ਪ੍ਰਵਚਨ ਦੇ ਰਿਹਾ, ਉਹ ਪ੍ਰਚਾਰ ਕਰ ਰਿਹਾ, ਉਹਦੇ ਥਰੂ ਉਹਨੂੰ ਕੋਈ ਆਪਾਂ ਕਹਿ ਦਈਏ ਨਾ ਪੈਰੋਲ ਵੀ ਉਹਨੂੰ ਮਿਲਦੀ ਹੈ ਜਿਹਨੂੰ ਅੰਦਰ ਗਿਲਟ ਹੁੰਦਾ ਕਿ ਮੈਂ ਗਲਤੀ ਕੀਤੀ ਆ। ਉਹ ਤਾਂ ਮੰਨਣ ਨੂੰ ਨਹੀਂ ਤਿਆਰ ਹੈਗਾ ਵੀ ਉਹਨੇ ਗਲਤੀ ਕੀਤੀ ਆ। ਉਹਨੂੰ ਤਾਂ ਕਿਸੇ ਚੀਜ਼ ਦਾ ਪਛਤਾਵਾ ਹੀ ਨਹੀਂ ਹੈਗਾ। ਟੋਟਲ ਮਤਲਬ ਉਹਦਾ ਸੈਕਸ਼ਨ 3 ਆ ਜਿਹੜਾ ਕਹਿੰਦਾ ਆ ਕਿ ਕੋਈ ਵੀ ਪ੍ਰਿਜ਼ਨਰ 10 ਜਿਹੜੇ ਹੈਗੇ ਹਫ਼ਤਿਆਂ ਦੇ ਲਈ ਪੈਰੋਲ ਆ ਜਿਹੜੀ ਲੈ ਸਕਦਾ, ਯਾਨੀ ਕਿ 70 ਦਿਨ। 70 ਜੋ ਇਹਨੇ 10 ਪਹਿਲਾਂ ਹਫ਼ਤੇ ਜੂਨ ਚ 30 ਦਿਨ ਬਿਲਕੁਲ ਤੇ ਹੁਣ 40 ਦਿਨ। ਬਿਲਕੁਲ ਸਭ ਨੂੰ ਆਪਣੀਆਂ ਵੋਟਾਂ ਇੰਨੀਆਂ ਕੁ ਪਿਆਰੀਆਂ ਨੇ ਕਿ ਕੋਈ ਲੀਡਰ ਬੋਲ ਹੀ ਨਹੀਂ ਰਿਹਾ, ਕੋਈ ਸਵਾਲ ਚੱਕ ਹੀ ਨਹੀਂ ਰਿਹਾ। ਇਹ ਵਕੀਲਾਂ ਨੇ ਸਾਡਿਆਂ ਨੇ ਜ਼ਿੰਮੇਵਾਰੀ ਚੱਕੀ ਆ। ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਦੁਬਾਰਾ ਫੇਰ ਆਓ ਭਗਤ ਉਹਨਾਂ ਦੀ ਹੋ ਰਹੀ ਆ। ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਵੀ ਤੁਸੀਂ ਆਪਦੇ ਜਿਹੜੇ ਹੈਗੇ ਆ ਪ੍ਰਚਾਰ ਕਰੋ ਤੇ ਉੱਤੇ ਦੀ ਗਲੋਰੀਫਾਈ ਕੀਤਾ ਜਾ ਰਿਹਾ। ਇੱਕ ਰੇਪਿਸਟ ਨੂੰ ਉਹਨੂੰ ਮੌਕਾ ਦਿੱਤਾ ਜਾ ਰਿਹਾ ਤੇ ਉਹ ਐਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਵੀ ਸ਼ਾਇਦ ਜੁਡੀਸ਼ਰੀ ਗਲਤ ਸੀ, ਉਹਨੂੰ ਸਜ਼ਾ ਦੇ ਦਿੱਤੀ। ਦੋ ਕਮਿਊਨਿਟੀ ਆ ਸਾਡੀਆਂ ਹੈ ਨਾ, ਲਗਾ ਲਓ, ਜਿੱਥੇ ਅਸੀਂ ਕਦੇ ਵੀ ਲੜੇ ਨਹੀਂ ਸੀਗੇ, ਸਾਡੇ ਵਿੱਚ ਕੋਈ ਮਤਭੇਦ ਨਹੀਂ ਸੀ, ਅਸੀਂ ਸਾਂਝੀਵਾਲਤੇ ਦਾ ਸੁਨੇਹਾ ਦਿੰਦੇ ਸੀ, ਤਾਂ ਸਾਡੇ ਅੰਦਰ ਇੱਕ ਸੈਂਸ ਆਫ ਇਨਸਿਕਿਉਰਿਟੀ ਪੈਦਾ ਕਰਤੀ। ਕਿਤੇ ਨਾ ਕਿਤੇ ਜਿਹੜੇ ਸਾਡੇ ਇੱਥੇ ਹਿੰਦੂ ਭਾਈਚਾਰਾ ਆ ਉਹਦੇ ਅੰਦਰ ਇਨਸਿਕਿਉਰਿਟੀ ਆ ਵੀ ਪਤਾ ਨਹੀਂ ਹੈ ਨਾ ਦੁਬਾਰਾ ਖਾਲਿਸਤਾਨ ਦੀ ਲਹਿਰ ਆ ਜੂਗੀ, ਉਹ ਖਰਾਬ ਕਰੂ। ਔਰ ਜਿਹੜੇ ਅਸੀਂ ਮਤਲਬ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਸਾਡੇ ਅੰਦਰ ਇਹ ਸੈਂਸ ਆਫ ਇਨਸਿਕਿਉਰਿਟੀ ਪੈਦਾ ਕੀਤੀ ਜਾ ਰਹੀ ਹੈ ਕਿ ਸਾਡਾ ਧਰਮ ਖਤਰੇ ਦੇ ਵਿੱਚ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਅਰਪਨ ਕੌਰ। ਸੋ ਅੱਜ ਕੱਲ੍ਹ ਅਜੋਕੀ ਸਿਆਸਤ ਨੂੰ ਜੇਕਰ ਅਸੀਂ ਦੇਖੀਏ ਤੇ ਇਹ ਗੱਲ ਬੜੀ ਟੁੱਕਦੀ ਹੈ ਕਿ ਤੁਸੀਂ ਸਰਕਾਰਾਂ ਦੀ ਗੋਦੜੀ ਦੇ ਲਾਲ ਹੋਣੇ ਚਾਹੀਦੇ ਆ ਤੇ ਫਿਰ ਤੁਹਾਡੇ ਲਈ ਕਾਨੂੰਨ ਵੀ ਬਣਦੇ ਨੇ ਤੇ ਤੁਹਾਡੇ ਲਈ ਰਾਹ ਵੀ ਖੁੱਲ੍ਹਦੇ ਨੇ। ਸੋ ਇਸ ਵੇਲੇ ਸਭ ਤੋਂ ਵਿਵਾਦਿਤ ਅਪਰਾਧੀ ਜਿਸ ਦੇ ਉੱਤੇ ਸੰਗੀਨ ਅਪਰਾਧ ਸਾਬਿਤ ਹੋਏ ਨੇ, ਜੋ ਕਿ 20 ਸਾਲ ਦੀ ਸਜ਼ਾ ਦੇ ਨਾਲ ਉਮਰ ਕੈਦ, ਬਲਾਤਕਾਰ ਤੇ ਕਤਲ ਕੇਸਾਂ ਦੇ ਵਿੱਚ ਕੱਟ ਰਿਹਾ ਸੀਗਾ, ਡੇਰਾ ਸੱਚਾ ਸੌਦਾ ਦਾ ਪ੍ਰਮੁੱਖ ਰਾਮ ਰਹੀਮ ਜੋ ਹੈ ਅੱਜ ਕੱਲ੍ਹ ਜੇਲ੍ਹ ਚੋਂ ਬਾਹਰ ਆਇਆ ਹੋਇਆ 40 ਦਿਨਾਂ ਦੀ ਪੈਰੋਲ ਦੇ ਉੱਤੇ। ਸੋ ਇਹ ਸਾਲ ਦੇ ਵਿੱਚ ਤੀਸਰੀ ਵਾਰੀ ਜੋ ਇਹ ਸੌਦਾ ਸਾਧ ਹੈ ਇਹ ਬਾਹਰ ਆਇਆ ਆ। ਸੋ ਕਤਲ ਅਤੇ ਬਲਾਤਕਾਰ ਦੇ ਗੰਭੀਰ ਇਲਜ਼ਾਮ ਹੋਣ ਦੇ ਬਾਵਜੂਦ ਬਾਹਰ ਆਉਣ ਤੋਂ ਬਾਅਦ ਪ੍ਰਚਾਰ ਕੀਤਾ ਜਾ ਰਿਹਾ, ਆਨਲਾਈਨ ਗੀਤ ਰਿਲੀਜ਼ ਕੀਤੇ ਜਾ ਰਹੇ ਨੇ, ਆਪਣੀ ਧੀ ਦਾ ਨਾਮਕਰਨ ਕਰ ਰਿਹਾ ਹੈਗਾ ਔਰ ਮੈਂ ਗੁਰੂ ਸੀ ਹਾਂ ਤੇ ਰਹਾਂਗੇ ਵਰਗੀਆਂ ਸਟੇਟਮੈਂਟਸ ਪੰਜਾਬ ਦੇ ਸੁਨਾਮ ਦੇ ਵਿੱਚ ਆਪਣਾ ਡੇਰਾ ਖਲਵਾਉਣ ਤੱਕ ਦਾ ਐਲਾਨ ਕਰਨੇ। ਸੋ ਇੱਕ ਕ੍ਰਿਮੀਨਲ ਜਿਹੜਾ ਹੈ ਬਹੁਤ ਤਾਕਤਵਰ ਨਜ਼ਰ ਆ ਰਿਹਾ ਔਰ ਕਾਨੂੰਨ ਦਾ ਸਹਾਰਾ ਲੈ ਕੇ ਜੇਲ੍ਹ ਤੋਂ ਬਾਹਰ ਆ ਕੇ ਵੀ ਆਪਣੇ ਕੰਮ ਕਾਜਾਂ ਨੂੰ ਸੰਭਾਲਦਾ ਹੋਇਆ ਨਜ਼ਰ ਆ ਰਿਹਾ ਹੈਗਾ। ਸੋ ਕੀ ਇਹ ਉਹਦਾ ਕਾਨੂੰਨੀ ਹੱਕ ਹੈਗਾ ਆ ਕਿ ਪੈਰੋਲ ਦੇ ਨਾਲ ਪੈਰੋਲ ਤੇ ਆਉਣ ਤੋਂ ਬਾਅਦ ਵਿੱਚ ਇਸ ਤਰ੍ਹਾਂ ਦੇ ਕੰਮਕਾਜ ਕੀਤੇ ਜਾ ਸਕਦੇ ਨੇ? ਕਾਨੂੰਨ ਇਹਦੇ ਬਾਰੇ ਦੇ ਵਿੱਚ ਕੀ ਕਹਿੰਦਾ, ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਹਮੇਸ਼ਾ ਬੜੀ ਬੇਬਾਕੀ ਦੇ ਨਾਲ ਆਪਣੀ ਰਾਏ ਰੱਖਣ ਦੇ ਲਈ ਜਾਣੀ ਜਾਣ ਵਾਲੀ ਕੁੜੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਮੇਰੇ ਨਾਲ ਮੌਜੂਦ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੈਮ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ। ਧੰਨਵਾਦ ਜੀ।
ਸੋ ਮੈਮ ਗੱਲ ਕਰਦੇ ਹਾਂ ਸੌਦਾ ਸਾਧ ਦੀ। ਸੋ ਜੇਲ੍ਹ ਦੇ ਵਿੱਚੋਂ ਬਾਹਰ ਹੈ ਔਰ ਇਹ ਤੀਸਰੀ ਵਾਰੀ ਜਿਹੜੀ ਹੈਗੀ ਆ ਪੈਰੋਲ ਮਿਲੀ ਹੈ ਔਰ 40 ਦਿਨਾਂ ਦੀ ਪੈਰੋਲ ਹੈ। ਪਹਿਲਾਂ 21 ਦਿਨ ਦੇ ਲਈ ਬਾਹਰ ਸੀ, ਫਿਰ 30 ਦਿਨ ਦੇ ਲਈ ਜੂਨ ਦੇ ਵਿੱਚ, ਹੁਣ 40 ਦਿਨ ਦੇ ਲਈ। ਸੋ ਕਾਨੂੰਨ ਕੀ ਕਹਿੰਦਾ ਹੈ ਕਿ ਇੱਕ ਅਪਰਾਧੀ ਦਾ ਵੀ ਇਹ ਹੱਕ ਹੈਗਾ ਕਿ ਉਹ ਇਸ ਤਰ੍ਹਾਂ ਦੇ ਨਾਲ ਬਾਹਰ ਆ ਸਕਦਾ ਹੈ? ਨਹੀਂ, ਦੇਖੋ ਇਹੋ ਜਿਹਾ ਕੋਈ ਵੀ ਹੱਕ ਕਿਸੇ ਵੀ ਅਪਰਾਧੀ ਦਾ ਨਹੀਂ ਹੈਗਾ, ਪਰ ਹਾਂ ਕਿਉਂਕਿ ਸਾਡਾ ਜਿਹੜਾ ਕਾਨੂੰਨ ਹੈਗਾ ਆ ਜਾਂ ਸਾਡਾ ਜਿਹੜਾ ਜੁਡੀਸ਼ੀਅਲ ਜਾਂ ਲੀਗਲ ਸਿਸਟਮ ਕਹਿ ਲਓ ਪਨਿਸ਼ਮੈਂਟ ਦਾ ਹੈਗਾ, ਉਹ ਰੈਫਰਮੇਟਿਵ ਆ। ਉਹ ਕਹਿੰਦਾ ਕਿ ਬੰਦੇ ਨੂੰ ਸੁਧਾਰ ਦਾ ਮੌਕਾ ਮਿਲਣਾ ਚਾਹੀਦਾ ਤੇ ਉਹ ਰਿਹੈਬਿਲਿਟੇਸ਼ਨ ਤੇ ਜ਼ੋਰ ਦਿੰਦਾ ਆ। ਇਹ ਜਿਹੜੀ ਪੈਰੋਲ ਜਾਂ ਫਰਲੋ ਵਰਗੇ ਦੋ ਟਰਮਸ ਨੇ ਜਿਨ੍ਹਾਂ ਦੇ ਬੇਸਿਸ ਤੇ ਇਹ ਬਾਬਾ ਬਾਹਰ ਆਇਆ। ਪਹਿਲਾਂ ਉਹ ਫਰਲੋ ਦੇ ਉੱਤੇ ਆਇਆ ਤੇ ਫਿਰ ਉਹ 2 ਵਾਰ ਹੁਣ ਪੈਰੋਲ ਦੇ ਉੱਤੇ ਬਾਹਰ ਆ। ਤਾਂ ਇਹ ਜਿਹੜੀ ਆ, ਇਹ ਕਿਤੇ ਵੀ ਜਿਹੜਾ CRPC ਹੈਗਾ, ਜਿਹੜਾ ਪੂਰੇ ਇੰਡੀਆ ਦਾ ਜਿਹੜਾ ਕੋਡ ਆਫ ਕੰਡਕਟ ਦਾ ਕ੍ਰਿਮੀਨਲ ਪ੍ਰੋਸੀਜਰ ਦਾ ਹੈਗਾ ਆ, ਸਾਡਾ ਕੋਡ ਹੈਗਾ ਆ, ਉਹਦੇ ਵਿੱਚ ਕਿਤੇ ਵੀ ਇਹਦੇ ਬਾਰੇ ਸਪੈਸੀਫਿਕਲੀ ਕੁਝ ਵੀ ਮੈਂਸ਼ਨ ਨਹੀਂ ਹੈਗਾ ਜੀ। ਪਹਿਲੀ ਗੱਲ ਹੈ ਨਾ। ਦੂਜੀ ਗੱਲ, ਸਾਰਿਆਂ ਦੇ ਦਿਮਾਗ ਦੇ ਵਿੱਚ ਵੀ ਸ਼ਾਇਦ ਇਹ ਕਿਸੇ ਵੀ ਪ੍ਰਿਜ਼ਨਰ ਦਾ ਜਿਹੜਾ ਹੈਗਾ ਆ ਇਹ ਮੈਟਰ ਆਫ ਰਾਈਟ ਹੁੰਦਾ। ਨਹੀਂ ਜੀ, ਇਹ ਮੈਟਰ ਆਫ ਰਾਈਟ ਨਹੀਂ ਹੈਗਾ। ਇੱਕ ਡਿਸਕ੍ਰਿਸ਼ਨਰੀ ਪਾਵਰ ਹੈਗੀ ਆ ਜਿਹੜੀ ਅਥਾਰਟੀ ਨੂੰ ਦਿੱਤੀ ਜਾਂਦੀ ਆ, ਜਾਂ ਇਹ ਕਹਿ ਲਓ ਕਿ ਇਹ ਇੱਕ ਮੰਗਣ ਵਾਲਾ ਰਾਈਟ ਆ ਕਿ ਸਾਨੂੰ ਦੇ ਦਿਓ। ਉਹ ਮਰਜ਼ੀ ਆ ਕਿ ਦੇਣਾ ਆ ਕਿ ਨਹੀਂ ਦੇਣਾ, ਉਹ ਮਰਜ਼ੀ ਅਥਾਰਟੀ ਦੀ ਆ। ਇਹ ਕੋਈ ਹੱਕ ਨਹੀਂ ਹੈਗਾ ਕਿ ਇਹ ਮੇਰਾ ਹੱਕ ਆ ਜੀ, ਮੈਨੂੰ ਚਾਹੀਦਾ ਤੇ ਤੁਹਾਨੂੰ ਮੈਨੂੰ ਦੇਣਾ ਹੀ ਪੈਣਾ ਆ ਜੀ। ਸਮਝ ਰਹੇ ਇਸ ਗੱਲ ਨੂੰ? ਹੱਕ ਉਹ ਚੀਜ਼ ਦਾ ਹੁੰਦਾ ਆ ਕਿ ਜਦੋਂ ਮੰਨ ਲਓ ਕਿ ਇਹ ਛੋਟਾ ਮੋਟਾ ਅਪਰਾਧ ਆ ਜਿਹਦੇ ਵਿੱਚ ਕਹਿ ਦਿੰਦੇ ਬੇਲੇਬਲ ਆ, ਉਹਦੇ ਵਿੱਚ ਬੇਲ ਐਜ਼ ਅ ਮੈਟਰ ਆਫ ਰਾਈਟ ਮਿਲਦੀ ਆ, ਥਾਣੇ ਤੋਂ ਮਿਲ ਜਾਂਦੀ ਆ, ਅਦਾਲਤ 'ਚ ਨਹੀਂ ਜਾਣਾ ਪੈਂਦਾ। ਜਿਹੜਾ ਨਾਨ ਬੇਲੇਬਲ ਆਫੈਂਸ ਹੁੰਦਾ ਉਹਦੇ ਵਿੱਚ ਅਦਾਲਤ 'ਚ ਜਾ ਕੇ ਬੇਲ ਲੈਣੀ ਪੈਂਦੀ ਹੈ। ਮਤਲਬ ਸਮਝਾਉਣ ਦਾ ਤਰੀਕਾ ਦੱਸ ਰਹੀ ਹਾਂ, ਹੈ ਨਾ। ਹੁਣ ਜਿੱਥੇ ਬੇਲ ਥਾਣੇ 'ਚ ਹੀ ਮਿਲ ਸਕਦੀ, ਉਹ ਮੈਟਰ ਆਫ ਰਾਈਟ ਆ ਬੇਲ, ਵੀ ਉਹਨੂੰ ਅਰੈਸਟ ਪਾਈ ਆ, ਉਹ ਇਨਵੈਸਟੀਗੇਸ਼ਨ ਲਈ ਆ ਜਾਊਗਾ ਤੇ ਉਹਨੂੰ ਮੌਕੇ 'ਤੇ ਦੇ ਦਿੱਤੀ ਜਾਵੇ। ਇਸੇ ਤਰ੍ਹਾਂ ਪੈਰੋਲ ਕੋਈ ਮੈਟਰ ਆਫ ਰਾਈਟ ਨਹੀਂ ਹੈਗਾ। ਪੈਰੋਲ ਆ ਜਾਂ ਫਰਲੋ ਆ, ਇਹ ਹੱਕ ਨਹੀਂ ਹੈਗਾ ਪ੍ਰਿਜ਼ਨਰ ਦਾ, ਬਟ ਇਹ ਇੱਕ ਇਹ ਕਹਿ ਲਓ ਕਿ ਇਹ ਦਇਆ ਦੇ ਉੱਤੇ, ਰਹਿਮ ਦੇ ਉੱਤੇ ਡਿਪੈਂਡ ਕਰਦਾ ਆ। ਜਿਹੜੀ ਵੀ ਕੰਪੀਟੈਂਟ ਅਥਾਰਟੀ ਹੈਗੀ ਆ, ਹਰੇਕ ਸਟੇਟਸ ਦੇ, ਪੂਰੇ ਇੰਡੀਆ ਦੀਆਂ ਜਿੰਨੀਆਂ ਸਟੇਟਸ ਨੇ ਸਾਰਿਆਂ ਦੇ ਇਹਦੇ ਉੱਤੇ ਅਲੱਗ-ਅਲੱਗ ਲਾਜ਼ ਬਣੇ ਹੋਏ ਨੇ। ਤੇ ਪੰਜਾਬ ਦੇ ਅਲੱਗ ਲਾਅ ਨੇ, ਗੁਜਰਾਤ ਦੇ ਅਲੱਗ ਨੇ, ਹਰਿਆਣੇ ਦੇ ਅੱਡ ਨੇ, ਦਿੱਲੀ ਦੇ ਅੱਡ ਨੇ। ਸਮਝ ਰਹੇ ਹੋ ਨਾ ਤੁਸੀਂ? ਹਰੇਕ ਸਟੇਟ ਦੇ ਇਹਦੇ ਤੇ ਕੋਈ ਵੀ ਯੂਨੀਫਾਰਮ ਲਾਅ ਨਹੀਂ ਹੈਗਾ, ਜਦ ਕਿ ਇਹ ਬਹੁਤ ਇੰਪੋਰਟੈਂਟ ਮੈਟਰ ਆ। ਇਹਦੇ ਤੇ ਇੱਕ ਸੈਂਟਰਲ ਲਾਅ ਹੋਣਾ ਚਾਹੀਦਾ ਆ, ਬਟ ਇਸ ਚੀਜ਼ ਦੇ ਉੱਤੇ ਕੋਈ ਵੀ ਸੈਂਟਰਲ ਲਾਅ ਨਹੀਂ। ਔਰ ਲੋਕਾਂ ਨੂੰ ਇਹੀ ਲੱਗਦਾ ਕਿ ਇਟ ਇਜ਼ ਅ ਮੈਟਰ ਆਫ ਰਾਈਟ। ਦਿਸ ਇਜ਼ ਨਾਟ ਐਟ ਆਲ ਅ ਮੈਟਰ ਆਫ ਰਾਈਟ। ਮੈਮ, ਕਿਉਂਕਿ ਇਹਨਾਂ ਦੀ ਇਸ ਵਾਰ ਦੀ ਜਿਹੜੀ ਪੈਰੋਲ ਆ ਬੜੀ ਵਿਵਾਦਤ ਰਹਿ ਰਹੀ ਹੈ, ਇੱਕ ਖਿੱਚੋਤਾਣ ਦਾ ਮਾਹੌਲ ਬਣਿਆ। ਸਰਕਾਰ, ਹਰਿਆਣਾ ਸਰਕਾਰ ਆਪਣਾ ਜਿਹੜਾ ਪੱਲਾ ਝਾੜਦੀ ਹੈ, ਜਿਹੜੇ ਮੁੱਖ ਮੰਤਰੀ ਖੱਟਰ ਨੇ ਉਹ ਕਹਿੰਦੇ ਵੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਧਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਿਹੜਾ ਹੈਗਾ ਕੋਈ ਵੀ ਇਹਦੇ ਉੱਤੇ ਆਨਸਰ ਨਹੀਂ ਆਉਂਦਾ। ਕਿਹਾ ਜਾ ਰਿਹਾ ਕਿ ਜੇਲ੍ਹ ਕੋਡ ਮੈਨੂਅਲ ਦੇ ਅਨੁਸਾਰ ਜਿਹੜੀ ਪੈਰੋਲ ਆ ਉਹ ਮਿਲੀ ਹੈਗੀ ਹੈ। ਕਾਨੂੰਨ ਕੀ ਕਹਿੰਦਾ ਹੈ ਹਰਿਆਣਾ ਦਾ? ਇਹ ਕਹਿੰਦਾ, ਮੈਂ ਖੁਦ ਸ਼ੌਕਡ ਸੀਗੀ ਦੇਖ ਕੇ ਕਿ ਜਦੋਂ ਬਾਬਾ ਪਹਿਲੀ ਵਾਰ ਫਰਲੋ ਦੇ ਉੱਤੇ ਆਉਂਦੇ ਆ 21 ਦਿਨਾਂ ਲਈ, ਠੀਕ ਹੈ, 21 ਦਿਨਾਂ ਲਈ ਫਰਲੋ ਮਿਲਦੀ ਆ। ਫਰਲੋ ਵੀ ਕੋਈ ਮੈਟਰ ਆਫ ਰਾਈਟ ਨਹੀਂ। ਫਰਲੋ ਦੇ ਵਿੱਚ ਵੀ ਜੋ ਆਪਾਂ ਵੈਸੇ ਯੂਨੀਫਾਰਮਲੀ ਇੰਡੀਆ ਦੇ ਵਿੱਚ ਆਪਾਂ ਲਾਅ ਮੰਨਿਆ ਜਾਂਦਾ, ਉਹਦੇ ਵਿੱਚ ਹੁੰਦਾ ਕਿ ਫਰਲੋ ਉਦੋਂ ਹੀ ਮਿਲੇਗੀ ਜਦੋਂ ਕੋਈ ਵੀ ਪ੍ਰਿਜ਼ਨਰ ਆਪਣੀ 1/3 ਜਿਹੜੀ ਹੈਗੀ ਆ ਪੁਨਿਸ਼ਮੈਂਟ ਆ ਉਹ ਕੱਟ ਲੇਗਾ। ਹੁਣ ਜੇ ਆਪਾਂ 5 ਸਾਲ ਦੇ ਹਿਸਾਬ ਨਾਲ, ਚਲੋ ਜੇ ਲਾਈਫ ਇੰਪ੍ਰਿਜ਼ਨਮੈਂਟ ਤੇ ਉਹਨਾਂ ਦੇ ਚਲੋ 1/3 ਕੱਟ ਲਈ, ਮੰਨ ਲੈਂਦੇ ਆਪਾਂ, ਠੀਕ ਹੈ ਵੀ ਮੰਨ ਲਈ, ਤੇ ਫਰਲੋ ਮਿਲ ਗਈ, ਚਲੋ ਉਹ 5 ਸਾਲ ਹੋ ਗਏ ਆ, ਹੈ ਨਾ, ਤੇ ਚਲੋ 5 ਸਾਲਾਂ ਲਈ ਆ ਗਏ। ਪਰ ਜਦੋਂ ਉਹ ਆ ਜਾਂਦੇ ਆ, ਠੀਕ ਹੈ, ਉਹ ਸ਼ਾਂਤ ਰਹਿੰਦਾ, ਇੱਕ ਮਾਹੌਲ ਸਿਰਜਿਆ ਜਾਂਦਾ ਕਿ ਨਹੀਂ ਕਿਸੇ ਨੂੰ ਉਹਦੇ ਤੋਂ ਕੋਈ ਪ੍ਰੋਬਲਮ ਨਹੀਂ, ਕਿ ਉਹ ਤਾਂ ਸ਼ਾਂਤੀ 'ਚ ਰਹਿ ਰਿਹਾ। ਪਰ ਅੰਡਰ ਦੀ ਟੇਬਲ ਕੀ ਚੱਲ ਰਿਹਾ, ਉਹ ਮੈਨੂੰ ਵੀ ਹੈਰਾਨੀ ਹੋਈ। ਔਰ ਮੈਂ ਇਸ ਚੀਜ਼ ਨੂੰ ਸ਼ੋਰ ਆ ਲੈ ਕੇ ਕਿ ਇਹ ਜਿਹੜਾ ਲਾਅ ਆ, ਮੈਂ ਕੱਢ ਕੇ ਦੇਖ ਰਹੀ ਸੀ, ਮੈਂ ਤਾਂ ਦਿਖਾਉਣਾ ਚਾਹੂੰਗੀ ਸਕਰੀਨ ਦੇ ਉੱਤੇ ਵੀ, ਕਿ ਇੱਕ ਕਾਨੂੰਨ ਇਹ ਆਉਣ ਤੋਂ ਬਾਅਦ ਜਿਹੜਾ ਹੈਗਾ ਹਰਿਆਣਾ ਸਰਕਾਰ ਨੇ ਸਪੈਸੀਫਿਕਲੀ ਇਸ ਪਰਪਸ ਲਈ ਬਣਾਇਆ, ਉਹ ਹੈਗਾ ਆ ਸੌਦਾ ਸਾਧ ਨੂੰ ਬਾਹਰ ਕੱਢਣ ਦੇ ਲਈ ਸਰਕਾਰ ਨੇ ਕਾਨੂੰਨ 'ਚ ਬਦਲ ਕੀਤਾ। ਆਪਾਂ ਕਹਿ ਸਕਦੇ ਹਾਂ, 100% ਕਹਿ ਸਕਦੇ ਹਾਂ। ਇਹ ਤੁਸੀਂ ਕੈਮਰੇ 'ਚ ਵੀ ਦਿਖਾ ਸਕਦੇ ਹੋ ਕਿ 11 ਅਪ੍ਰੈਲ 2022 ਨੂੰ ਜਿਹੜਾ ਹੈਗਾ ਹਰਿਆਣੇ ਦੇ ਗੈਜਟ ਦੇ ਵਿੱਚ ਇੱਕ ਨਵਾਂ ਮਤਲਬ ਨੋਟੀਫਿਕੇਸ਼ਨ ਦੇ ਕੇ ਇੱਕ ਨਵਾਂ ਐਕਟ ਲਿਆਂਦਾ ਗਿਆ, ਹਰਿਆਣਾ ਐਕਟ ਨੰਬਰ 15 ਆਫ 2022। ਐਕਟ ਦਾ ਨਾਮ ਹੈਗਾ ਦਾ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ 2022। ਜਿਹੜਾ ਬੇਸਿਕਲੀ ਟੈਂਪਰੇਰੀ ਰਿਲੀਜ਼ ਕੀ ਆ ਕਿ ਆਹੀ
ਪੈਰੋਲ ਫੜ ਲਓ ਵੀ ਜਿਹੜੇ ਆਪਣੀ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਥੋੜੀ ਦੇਰ ਦੇ ਲਈ ਰੀਹੈਬਿਲਿਟੇਸ਼ਨ ਦੇ ਪਰਪਸ ਲਈ ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਜਿਹੜੀਆਂ ਸਰਟਨ ਕੰਡੀਸ਼ਨ ਨੇ, ਜੋ ਪੈਰੋਲ ਹੁੰਦੀ ਆ ਉਹ ਸਰਟਨ ਕੰਡੀਸ਼ਨਸ ਦੇ ਨਾਲ ਆਉਂਦੀ ਆ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦਾ ਫੈਮਿਲੀ ਦੇ ਵਿੱਚ ਕਿਸੇ ਦਾ ਵਿਆਹ ਆ, ਕਿਸੇ ਦੀ ਡੈਥ ਹੋ ਗਈ ਆ, ਜਾਂ ਕਿਸੇ ਦੀ ਮਤਲਬ ਕੋਈ ਕੱਲਾ ਪੁੱਤਰ ਆ, ਉਹ ਆਪਣੇ ਮਾਪਿਆਂ ਦੀ ਦੇਖਭਾਲ ਕਰਨੀ ਆ, ਉਹ ਬਿਮਾਰ ਨੇ, ਮਤਲਬ ਜਾਂ ਫਿਰ ਯੈਸ ਕਹਿ ਦਿੰਦੇ ਆ ਕਿ ਰੀਹੈਬਿਲਿਟੇਸ਼ਨ ਦੇ ਪਰਪਸ ਲਈ, ਤਾਂ ਕਿ ਉਹ ਸੋਸ਼ਲੀ ਆਪਣੇ ਰਿਲੇਸ਼ਨ ਆ ਜਿਹੜੇ ਉਹ ਨਿਭਾ ਸਕੇ ਜੇ ਉਹਦਾ ਕੰਡਕਟ ਚੰਗਾ ਹੈ। ਤੇ ਇਹ ਕਾਨੂੰਨ ਸਪੈਸੀਫਿਕਲੀ ਅਪ੍ਰੈਲ ਦੇ ਵਿੱਚ ਆਉਂਦਾ ਆ। ਉਦੋਂ ਬਾਅਦ ਇਸ ਲਾਅ ਨੂੰ ਯੂਜ਼ ਕਰਦੇ ਹੋਏ ਡੇਰਾ ਸੱਚਾ ਸੌਦਾ ਵਾਲਾ ਬਾਬਾ 1 ਜੂਨ ਦੇ ਵਿੱਚ ਤੇ ਦੈਨ ਹੁਣ 40 ਦਿਨਾਂ ਦੀ ਜਿਹੜੀ ਹੈਗੀ ਆ ਉਹ ਪੈਰੋਲ ਆ ਜਿਹੜੀ ਉਹ ਲੈ ਕੇ ਉਹ ਛੁੱਟੀ ਤੇ ਆਇਆ। ਹੁਣ ਇਹ ਸਰਕਾਰ ਇਸ ਚੀਜ਼ ਤੋਂ ਅੱਜ ਕਹਿ ਰਹੀ ਆ ਕਿ ਮੈਂ ਨਹੀਂ ਕੀਤਾ ਡੀਏ। ਬੇਸਿਕਲੀ ਜੇ ਉਹ ਕੋਰਟ ਨਹੀਂ ਗਏ ਹੈਗੇ ਜੀ, ਫਰਲੋ ਉਹਨਾਂ ਨੇ ਹਾਈ ਕੋਰਟ ਤੋਂ ਲਈ ਸੀਗੀ, ਠੀਕ ਹੈ। ਹੁਣ ਜੇ ਉਹ ਕੋਰਟ ਨਹੀਂ ਗਏ ਹੈਗੇ, ਬਿਨਾਂ ਕੋਰਟ ਤੋਂ ਜੇ ਉਹਨਾਂ ਨੂੰ ਪੈਰੋਲ ਮਿਲੀ ਆ ਉਹਨੂੰ, ਤਾਂ ਕਿਹਨੇ ਦਿੱਤੀ? ਓਬਵੀਅਸ ਜੀ ਗੱਲ ਆ, ਉਹ 'ਚ ਸਰਕਾਰ ਦੀ ਇਨਵੋਲਵਮੈਂਟ ਆ, ਠੀਕ ਹੈ। ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਬਿਨਾ ਨਹੀਂ ਹੋ ਸਕਦਾ। ਉਹ ਜੇਲ੍ਹ ਸੁਪਰੀਡੈਂਟ ਜੇ ਉਹਦੀ ਗੁੱਡ ਕੰਡਕਟ ਦੀ ਰਿਪੋਰਟ ਨਹੀਂ ਦਊਗਾ, ਕਿਵੇਂ ਹੋ ਜਾਊਗਾ? ਪਹਿਲੇ ਨੰਬਰ ਤੇ ਤਾਂ ਜੇਲ੍ਹ ਸੁਪਰੀਡੈਂਟ ਆਉਂਦਾ। ਜੇਲ੍ਹ ਸੁਪਰੀਡੈਂਟ ਰਿਪੋਰਟ ਦੇਗਾ ਕਿ ਉਸ ਪ੍ਰਿਜ਼ਨਰ ਦਾ ਕੰਡਕਟ ਆ ਜਿਹੜਾ ਉਹ ਚੰਗਾ ਆ। ਸਮਝ ਰਹੇ ਹੋ ਨਾ ਤੁਸੀਂ? ਕੰਡਕਟ ਚੰਗਾ ਕਿ ਉਹਨੇ ਉਹਦੇ ਵਿੱਚ ਕੋਈ ਅਪਰਾਧ ਨਹੀਂ ਕੀਤਾ, ਉਹ ਮਤਲਬ ਜੋ ਰੂਲਸ ਰੈਗੂਲੇਸ਼ਨ ਆ ਜੇਲ੍ਹ ਮੈਨੂਅਲ ਦੇ ਉਹ ਪੂਰੇ ਕਰ ਰਿਹਾ, ਉਹਨਾਂ ਦੇ ਅਕੋਰਡਿੰਗ ਰਹਿ ਰਿਹਾ ਆ, ਤੇ ਉਹਦਾ ਕੰਡਕਟ ਅੱਛਾ ਆ। ਉਹ ਰეკਮੈਂਡੇਸ਼ਨ ਨਹੀਂ ਦਊਗਾ ਤਾਂ ਕਿਵੇਂ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਉਹਨੂੰ ਪੈਰੋਲ ਮਿਲ ਜੇਗੀ। ਸੋ ਪੈਰੋਲ ਉਹਨੂੰ ਸਟੇਟ ਗਵਰਨਮੈਂਟ ਨੇ ਹੀ ਦਿੱਤੀ ਆ, ਔਰ ਉਹ ਸਪੈਸੀਫਿਕਲੀ ਲਾਅ ਜਿਹੜਾ ਕਦੇ ਨਹੀਂ ਆਇਆ, ਉਹ ਫਰਵਰੀ 'ਚ ਆਉਂਦੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਉਹ ਲਾਅ ਜਿਹੜਾ ਹੈਗਾ ਆ ਜਾਂਦਾ ਆ ਇਮੀਡੀਏਟਲੀ 2022 'ਚ। ਤੇ ਹੋਰ ਕੋਈ ਤਾਂ ਉਸ ਲਾਅ ਨੂੰ ਯੂਜ਼ ਕਰਦਾ ਨਹੀਂ ਨਜ਼ਰ ਆ ਰਿਹਾ, ਤੇ ਡੇਰਾ ਸੱਚਾ ਸੌਦਾ ਵਾਲਾ ਬਾਬਾ ਉਹਨੂੰ ਯੂਜ਼ ਵੀ ਕਰਦਾ ਆ ਰਿਹਾ। ਤੇ ਉਹਦੇ ਵਿੱਚ ਸਪੈਸੀਫਿਕਲੀ ਤੁਸੀਂ ਦੇਖੋ ਪੀਰੀਅਡ ਮੈਂਸ਼ਨ ਕੀਤਾ ਆ ਕਿ ਟੋਟਲ ਮਤਲਬ ਉਹਦਾ ਸੈਕਸ਼ਨ 3 ਆ ਜਿਹੜਾ ਕਹਿੰਦਾ ਆ ਕਿ ਕੋਈ ਵੀ ਪ੍ਰਿਜ਼ਨਰ 10 ਜਿਹੜੇ ਹੈਗੇ ਹਫ਼ਤਿਆਂ ਦੇ ਲਈ ਪੈਰੋਲ ਆ ਜਿਹੜੀ ਲੈ ਸਕਦਾ, ਯਾਨੀ ਕਿ 70 ਦਿਨ। 70 ਜੋ ਇਹਨੇ ਪਹਿਲਾਂ ਜੂਨ 'ਚ 30 ਦਿਨ ਬਿਲਕੁਲ ਤੇ ਹੁਣ 40 ਦਿਨ ਬਿਲਕੁਲ 10 ਹਫ਼ਤਿਆਂ ਦੇ ਲਈ ਉਹ ਲੈ ਸਕਦਾ ਆ। ਹੁਣ 10 ਹਫ਼ਤਿਆਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਵੀ ਅੱਧੇ ਕਰਕੇ 5 ਹਫ਼ਤੇ ਪਹਿਲਾਂ 5 ਹਫ਼ਤੇ ਬਾਅਦ 2 ਪਾਰਟਸ 'ਚ ਲੈ ਸਕਦਾ, ਮਤਲਬ ਠੀਕ ਹੈ ਘਟਾ ਵਧਾ ਕੇ ਵੀ ਲੈ ਸਕਦਾ, ਇਕੱਠੇ ਨਹੀਂ ਲੈ ਸਕਦਾ। ਹੁਣ ਉਹ ਦੇਖੋ ਪੂਰੀ ਪਲੈਨਿੰਗ ਨਾਲ ਹੀ ਇਹ ਚੀਜ਼ਾਂ ਹੋਈਆਂ, ਔਰ ਰਿਲੀਜ਼ ਹਮੇਸ਼ਾ ਕਿਸੇ ਨਾ ਕਿਸੇ ਇੰਪੋਰਟੈਂਟ ਮੁੱਦੇ ਦੇ ਟਾਈਮ ਹੀ ਕਿਉਂ ਕੀਤੀ ਜਾਂਦੀ ਆ। ਹੁਣ ਪੰਜਾਬ ਦਾ ਮਾਹੌਲ ਜੇ ਆਪਾਂ ਦੇਖ ਲਈਏ, ਪੰਜਾਬ ਦਾ ਮਾਹੌਲ ਇਸ ਸਮੇਂ ਬਹੁਤ ਨਾਜ਼ੁਕ ਬਣਿਆ ਹੋਇਆ ਆ। ਪੰਜਾਬ ਦੇ ਵਿੱਚ ਮਤਲਬ ਕਿਸਾਨ ਅੰਦੋਲਨ ਤੋਂ ਬਾਅਦ ਹੀ ਹਨਾ ਜਿਹੜੇ ਵੀ ਮਤਲਬ 2 ਕਮਿਊਨਿਟੀ ਆ ਸਾਡੀਆਂ ਹਨਾ, ਲਗਾ ਲਓ, ਜਿੱਥੇ ਅਸੀਂ ਕਦੇ ਵੀ ਲੜੇ ਨਹੀਂ ਸੀਗੇ, ਸਾਡੇ ਵਿੱਚ ਕੋਈ ਮਤਭੇਦ ਨਹੀਂ ਸੀ, ਅਸੀਂ ਸਾਂਝੀਵਾਲਤੇ ਦਾ ਸੁਨੇਹਾ ਦਿੰਦੇ ਸੀ, ਤਾਂ ਸਾਡੇ ਅੰਦਰ ਇੱਕ ਸੈਂਸ ਆਫ ਇਨਸਿਕਿਉਰਿਟੀ ਪੈਦਾ ਕਰਤੀ। ਕਿਤੇ ਨਾ ਕਿਤੇ ਜਿਹੜੇ ਸਾਡੇ ਇੱਥੇ ਹਿੰਦੂ ਭਾਈਚਾਰਾ ਆ ਉਹਦੇ ਅੰਦਰ ਇਨਸਿਕਿਉਰਿਟੀ ਆ ਵੀ ਪਤਾ ਨਹੀਂ ਹਨਾ ਦੁਬਾਰਾ ਖਾਲਿਸਤਾਨ ਦੀ ਲਹਿਰ ਆ ਜੂਗੀ, ਉਹ ਖਰਾਬ ਕਰੂ। ਔਰ ਜਿਹੜੇ ਅਸੀਂ ਮਤਲਬ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਸਾਡੇ ਅੰਦਰ ਇਹ ਸੈਂਸ ਆਫ ਇਨਸਿਕਿਉਰਿਟੀ ਪੈਦਾ ਕੀਤੀ ਜਾ ਰਹੀ ਹੈ ਕਿ ਸਾਡਾ ਧਰਮ ਖਤਰੇ ਦੇ ਵਿੱਚ ਆ। ਸਮਝ ਰਹੇ ਹੋ ਗੱਲ ਨੂੰ ਹਨਾ? ਕਿਤੇ ਸਿੱਖਾਂ ਅਤੇ ਈਸਾਈਆਂ ਦਾ ਰੌਲਾ ਪੈ ਰਿਹਾ ਆ, ਕਿਤੇ ਸਿੱਖਾਂ ਅਤੇ ਹਿੰਦੂਆਂ ਦਾ ਰੌਲਾ ਪੈ ਰਿਹਾ ਆ, ਤੇ ਡੇਰਾਬਾਦ ਜਿਹੜੇ ਡੇਰੇ ਵਾਲੇ ਜਿਹੜੇ ਸਿੱਧੇ ਤੌਰ ਤੇ ਬੇਅਦਬੀ ਦੇ ਮੁਲਜ਼ਮ ਮੰਨੇ ਜਾ ਰਹੇ ਨੇ ਹਨਾ ਵੀ, ਤੇ ਜਿਸ ਕਰਕੇ ਸਿੱਖਾਂ ਦੇ ਅੰਦਰ ਰੋਸ, ਇੱਕ ਤਾਂ ਡੇਰਾਬਾਦ ਦੇ ਵਿਰੁੱਧ ਰੋਸ ਚੱਲ ਰਿਹਾ ਆ, ਮੁਹਿੰਮਾਂ ਚੱਲ ਰਹੀਆਂ ਨੇ, ਦੂਜਾ ਸਭ ਤੋਂ ਵੱਡਾ ਕਿ ਬੇਅਦਬੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ ਉਹਦੇ ਇਹ ਦੋਸ਼ੀ ਆ ਇਹ, ਤੇ ਜਿਹੜੇ ਦੋਸ਼ੀ ਆ ਤੇ ਉਹਨੂੰ ਸਪੈਸੀਫਿਕਲੀ ਫਿਰ ਉਹਨਾਂ ਦਿਨਾਂ ਦੇ ਵਿੱਚ ਲਿਆਂਦਾ ਜਾ ਰਿਹਾ। ਤੇ ਹੁਣ ਮਾਹੌਲ ਤੇ ਉੱਤੋਂ ਫਿਰ ਸਟੇਟਮੈਂਟ ਉਹਨੂੰ ਮੌਕਾ ਦਿੱਤਾ ਜਾ ਰਿਹਾ ਕਿ ਉਹ ਰੌਲਾ ਪਾ ਰਿਹਾ, ਡੇਰੇ ਦਾ ਐਲਾਨ ਹੋ ਰਿਹਾ, ਤੇ ਫਿਰ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ, ਬੇਸ਼ੱਕ ਇਹ ਹਰਿਆਣਾ ਗਵਰਨਮੈਂਟ ਨੇ ਦਿੱਤੀ ਪਰ ਮਾਹੌਲ ਤਾਂ ਪੰਜਾਬ ਦਾ ਹੀ ਖਰਾਬ ਕੀਤਾ ਜਾ ਰਿਹਾ ਨਾ। ਇੱਕ ਉਹ ਕਹਿ ਸਕਦੇ ਆਪਾਂ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਖਰਾਬ ਕੀਤਾ ਜਾਵੇ। ਉਹ ਕਿਤੇ ਨਾ ਕਿਤੇ ਕਿਉਂਕਿ ਸ਼ਾਇਦ ਪੰਜਾਬ ਆ ਜਿਹੜਾ ਇਹ ਜਿਹੜੀ ਸੈਂਟਰ ਦੀ ਸਰਕਾਰ ਆ ਜਾਂ ਹਰਿਆਣੇ ਦੀ ਜਿਹੜੀ ਇੱਥੇ ਵਾਲੀ ਸਰਕਾਰ ਆ ਉਹ ਤੋਂ ਦੂਰ ਆ ਜੀ। ਸੋ ਇਹ ਮੈਂ ਇਸ ਚੀਜ਼ ਨੂੰ ਕਹਿ ਸਕਦੀ ਹਾਂ ਕਿ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ। ਇਹ ਮੁੱਕਰ ਰਹੇ ਨੇ ਕਿ ਸਾਡਾ ਹੱਥ ਨਹੀਂ, ਇਹ 'ਚ 100% ਸਰਕਾਰ ਦਾ ਹੱਥ ਆ, ਕਿਉਂਕਿ ਲਾਅ ਲਿਆਉਣਾ ਮਤਲਬ ਪਹਿਲਾਂ ਨਹੀਂ ਕਦੇ ਆ ਗਿਆ।
ਸੋ ਮੈਮ ਜਿਵੇਂ ਦੇ ਸੰਗੀਨ ਅਪਰਾਧ ਨੇ, ਬਲਾਤਕਾਰ ਸਾਧਵੀਆਂ ਦਾ ਜਾਂ ਮਰਦਾਂ ਨੂੰ ਨਪੁੰਸਕ ਬਣਾਉਣ ਦੇ ਦੋਸ਼ ਵੀ ਲੱਗਦੇ ਰਹੇ ਹੈਗੇ ਆ, ਕਤਲ ਜਿਹੜੇ 2 ਸਾਬਿਤ ਹੋਏ ਔਰ ਸਜ਼ਾ ਜਿਹੜੀ ਹੈਗੀ ਆ, ਸੋ ਇੱਕ ਸਜ਼ਾ ਯਾਫਤਾ ਸੰਗੀਨ ਅਪਰਾਧੀ ਹੈ ਤੇ ਕੀ ਉਹਦਾ ਵੀ ਕਾਨੂੰਨੀ ਹੱਕ ਹੈ? ਮੰਨ ਲਓ ਜੇ ਕਾਨੂੰਨ ਵੀ ਹੈਗਾ ਕਿ ਪੈਰੋਲ ਮਿਲੇ, ਪਰ ਕੀ ਇੱਕ ਹਾਰਡਕੋਰ ਕ੍ਰਿਮੀਨਲ ਉਹਨੂੰ ਵੀ ਹੱਕ ਹੈ ਕਿ ਉਹ ਬਾਹਰ ਆ ਮੈਂ ਸਕਦਾ ਤੁਹਾਨੂੰ ਹੈ? ਪਹਿਲਾਂ ਹੀ ਕਿਹਾ ਕਿ ਕਿਸੇ ਨੂੰ ਹੱਕ ਨਹੀਂ ਹੈਗਾ, ਜੀ ਹੱਕ ਕਿਸੇ ਦਾ ਨਹੀਂਗਾ। ਜਿਹਨੂੰ ਵੀ ਸਜ਼ਾ ਹੋ ਗਈ ਹੈ, ਚਾਹੇ ਉਹ ਹਾਰਡਕੋਰ ਕ੍ਰਿਮੀਨਲ ਆ, ਚਾਹੇ ਉਹ ਕੋਈ ਵੀ ਆ, ਉਹ ਸਿਰਫ ਡਿਸਕ੍ਰਿਸ਼ਨ ਦੇ ਉੱਤੇ, ਉਹ ਵੀ ਸਟੇਟ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹ ਕਹੂਗੀ, ਜਾਂ ਇਹ ਕਹਿ ਲਓ ਕਿ ਇਹਦੇ ਵਿੱਚ ਵੀ ਲਾਅ ਦੇ ਵਿੱਚ ਆ ਕਿ ਜੇ 1 ਮਹੀਨੇ ਦੇ ਅੰਦਰ ਅੰਦਰ ਕਿਸੇ ਦੀ ਪੈਰੋਲ ਤੇ ਕੋਈ ਆਬਜੈਕਸ਼ਨ ਨਹੀਂ ਆਈ ਹੈਗੀ ਵੀ ਇਹ ਥ੍ਰੈਟ ਆ, ਤਾਂ ਮਤਲਬ ਉਹਨੂੰ ਆਬਜੈਕਸ਼ਨ ਨਹੀਂ ਮੰਨਿਆ ਜਾਊਗਾ, ਉਹਨੂੰ ਮਤਲਬ ਮੰਨਿਆ ਜਾਏਗਾ ਕਿ ਉਹ ਪੀਸਫੁਲੀ ਰਹਿ ਰਿਹਾ ਆ, ਉਹਦੇ ਕਰਕੇ ਕਿਸੇ ਨੂੰ ਇਫੈਕਟ ਨਹੀਂ ਹੋ ਰਿਹਾ। ਸੋ ਇਹ ਜਿਹੜੇ ਹਾਰਡਕੋਰ ਕ੍ਰਿਮੀਨਲ ਆ, ਇਹਨਾਂ ਦਾ ਕੋਈ ਮੈਟਰ ਆਫ ਰਾਈਟ, ਮੈਂ ਕਹਿ ਰਹੀ ਹਾਰਡਕੋਰ ਕ੍ਰਿਮੀਨਲ ਕਿ ਕਿਸੇ ਦਾ ਵੀ ਮੈਟਰ ਆਫ ਰਾਈਟ ਨਹੀਂਗਾ। ਇਹ ਸਿਰਫ ਇਹੀ ਆ ਕਿ ਜਿਸकी ਲਾਠੀ ਉਸकी ਭੈਂਸ, ਸਿੱਧੀ ਜੀ ਗੱਲ ਆ, ਜਿਹਦੀ ਚੱਲ ਰਹੀ ਆ ਉਹ ਆਪਦੀ ਚਲਾ ਰਿਹਾ ਆ। ਬਹੁਤ ਲੋਕ ਆ ਜਿਹੜੇ ਡਿਜ਼ਰਵ ਕਰਦੇ ਨੇ, ਜਿਨ੍ਹਾਂ ਨੂੰ ਵਾਕਈ ਇਹ ਕਹਿ ਲਓ ਕਿ ਰਿਅਲਾਈਜ਼ ਹੋ ਜਾਂਦਾ ਜਿਨ੍ਹਾਂ ਵੀ ਅਸੀਂ ਗਲਤੀ ਕੀਤੀ ਆ, ਔਰ ਜਿਨ੍ਹਾਂ ਦੇ ਲਈ ਉਹ ਕਹਿ ਲਓ ਕਿ ਰਿਫਾਰਮ ਵਾਕਈ ਜੋ ਆਪਣੇ ਆਪ ਨੂੰ ਕਰ ਰਹੇ ਨੇ, ਉਹਨਾਂ ਨੂੰ ਤਾਂ ਮਿਲਦੀ ਨਹੀਂ ਪੈਰੋਲ ਜੀ, ਠੀਕ ਹੈ। ਉਹਨਾਂ ਨੂੰ ਤਾਂ ਪਤਾ ਨਹੀਂ ਕਿੰਨੀਆਂ ਕੰਡੀਸ਼ਨ ਆ, ਇਹਨਾਂ ਨੂੰ ਬੜੀ ਜਲਦੀ ਮਿਲ ਜਾਂਦੀ ਆ ਔਰ 2-2 ਵਾਰ ਮਿਲ ਜਾਂਦੀ ਆ, ਤੇ ਉਹ ਮਿਲ ਵੀ ਬੜੀ ਈਜ਼ੀਲੀ ਜਾਂਦੀ ਆ, ਔਰ ਸਪੈਸੀਫਿਕਲੀ ਲਾਅ ਵੀ ਬਣ ਕੇ ਆ ਜਾਂਦਾ। ਸੋ ਇਹਦੇ ਪਿੱਛੇ ਬਹੁਤ ਵੱਡੀ ਚਾਲ ਆ। ਹੁਣ ਮੈਂ ਇੱਥੇ ਤੁਹਾਡੇ ਕੋਲ ਨਾ ਇੱਕ ਐਗਜ਼ਾਮਪਲ ਸਾਂਝੀ ਕਰੂੰਗੀ। ਸੇਮ ਇਸੇ ਪੈਟਰਨ ਦੇ ਉੱਤੇ ਇੱਕ ਬਾਬਾ ਚੱਲਦਾ ਸੀਗਾ, ਸਵਾਮੀ ਨਿਤਿਆਨੰਦ, ਜੋ ਆਪਣੇ ਆਪ ਨੂੰ, ਜਿਵੇਂ ਇਹ ਵੀ ਆਪਦੇ ਆਪ ਨੂੰ ਅਵਤਾਰ ਦੱਸੀ ਜਾਂਦਾ ਹੈ ਨਾ, ਰੱਬ ਦਾ ਅਵਤਾਰ ਦੱਸੀ ਜਾਂਦਾ, ਤੇ ਉਸੇ ਤਰ੍ਹਾਂ ਉਹ ਕਹਿੰਦਾ ਸੀਗਾ ਕਿ ਮੈਂ ਸ਼ਿਵ ਦਾ ਅਵਤਾਰ ਹਾਂ, ਤੇ ਤਾਮਿਲਨਾਡੂ ਬੇਸਡ ਸੀ। ਉਹਦੇ ਪਿੱਛੇ ਉਹ ਇਦੋਂ ਵੀ ਜ਼ਿਆਦਾ ਖਤਰਨਾਕ ਸੀ। ਤੁਸੀਂ ਸੋਚੋ ਕਿ ਇਸ ਤੋਂ ਵੀ ਜ਼ਿਆਦਾ ਖਤਰਨਾਕ ਸੀ। ਕਿੰਨੀਆਂ ਹੀ ਜਿਹੜੀਆਂ ਹੈਗੀਆਂ ਨੇ ਸਟੇਟ ਗਵਰਨਮੈਂਟ ਦੀ ਪੁਲਿਸ ਜਿਹੜੀ ਹੈਗੀ ਉਹਦੇ ਪਿੱਛੇ ਲੱਗੀ ਹੋਈ ਸੀ, ਤੇ ਉਹਦੇ ਉੱਤੇ ਉਹਨੂੰ ਬਲਾਤਕਾਰੀ, ਉਹਨੂੰ ਸੈਕਸ ਗੁਰੂ ਕਿਹਾ ਜਾਂਦਾ ਸੀਗਾ। ਉਹ ਬਲਾਤਕਾਰੀ, ਉਹਨੇ ਤਾਂ ਚਾਈਲਡ ਅਬਿਊਜ਼ ਕੀ, ਅਨਨੈਚੁਰਲ ਜਿਹੜਾ 377 ਦਾ ਹੈਗਾ ਉਹ ਕੀ, ਲੇਡੀਜ਼ ਨੂੰ ਕਿਡਨੈਪਿੰਗ, ਤੇ ਪਤਾ ਨਹੀਂ ਕੀ ਕੁਛ ਸੀਗਾ। ਤੇ ਔਰ ਉਹਦਾ ਵੀ ਜਿਹੜਾ ਮਤਲਬ ਇਦੋਂ ਜ਼ਿਆਦਾ ਫੈਲਿਆ ਹੋਇਆ ਸੀ ਉਹਦਾ। ਤੁਸੀਂ ਦੇਖੋ ਸਾਊਥ ਇੰਡੀਆ ਤੋਂ ਉੱਠ ਕੇ ਕਿੱਥੇ ਤੱਕ ਉਹਨੇ ਆਪਣੇ ਡੇਰੇ ਐਸਟੈਬਲਿਸ਼ ਕਰ ਲਏ। ਫਿਰ ਉਹਨੂੰ ਜਦੋਂ ਜੇਲ੍ਹ ਹੋ ਗਈ ਤੇ ਉਹਨੂੰ ਬੇਲ ਮਿਲ ਗਈ। ਬੇਲ ਹੋ ਕੇ ਉਹ ਨੇਪਾਲ ਦੇ ਬਾਰਡਰ ਤੋਂ ਭੱਜ ਗਿਆ ਇੱਥੋਂ। ਫਿਰ ਜਾ ਕੇ ਉਹਨੇ ਕੋਈ ਆਈਲੈਂਡ, ਉਹਦੀ ਪਲੈਨਿੰਗ ਸੀ ਆਈਲੈਂਡ ਖਰੀਦ ਲਿਆ, ਤੇ ਉੱਥੇ ਜਾ ਕੇ ਉਹਨੇ ਆਪਣੀ ਕੈਲਾਸ਼ ਨਾਂ ਦੀ ਮਤਲਬ ਆਡੀ ਕੰਟਰੀ ਬਣਾਤੀ। ਮਤਲਬ ਜੋ ਕਿਹਾ ਜਾ ਰਿਹਾ, ਕੋਈ ਮਾਨਤਾ ਨਹੀਂ ਹੈਗੀ ਉਸ ਕੰਟਰੀ ਨੂੰ। ਮਤਲਬ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹਦੇ ਵਿੱਚ ਕਿਉਂ ਨਹੀਂ ਹੋ ਸਕਦਾ। ਫਿਰ ਉਹ ਵੀ ਆਨਲਾਈਨ ਪ੍ਰਚਾਰ ਕਰਦਾ ਆਪਦਾ। ਸੋ ਸਾਡੇ ਕੋਲ ਤਾਂ ਏਡੀ ਏਡੀ ਐਗਜ਼ਾਮਪਲਸ ਬੈਠੀਆਂ ਨੇ ਕਿ ਇਹ ਕੁਛ ਹੋ ਗਿਆ। ਤੇ ਅਸੀਂ ਜਦੋਂ ਇਹਨੂੰ ਜੇਲ੍ਹ ਭੇਜਿਆ ਜਾ ਰਿਹਾ ਸੀ, ਉਦੋਂ ਮਾਹੌਲ ਕੀ ਸੀਗਾ? ਸਾਡਾ ਇੰਟਰਨੈਟ ਤੱਕ ਸਸਪੈਂਡ ਕੀਤਾ ਗਿਆ, ਹੈ ਨਾ। ਸਾਡੇ ਜਿਨ੍ਹਾਂ ਲੋਕਾਂ ਨੇ ਕਿਤੇ ਜਾਣਾ ਸੀਗਾ, ਰਾਹ ਬੰਦ ਕੀਤੇ ਗਏ। ਲੋਕ, ਕਿੰਨੀ ਬੁਰੀ ਹਾਲਤ ਸੀ, ਕਿੰਨੀ ਹਿੰਸਾ ਹੋਈ ਆ। ਹੁਣ ਜਦੋਂ ਇਸ ਚੀਜ਼ ਦਾ ਵਿਰੋਧ ਹੋਊਗਾ, ਕੀ ਮਾਹੌਲ ਨਹੀਂ ਖਰਾਬ ਹੋਊਗਾ? ਸਵਾਲ ਇਹ ਆ। ਇਹ ਸਭ ਨੂੰ ਪਤਾ ਕਿ ਮਾਹੌਲ ਖਰਾਬ ਹੋਵੇਗਾ, ਪਰ ਪਰਪਸ ਆ ਸਰਕਾਰ ਦਾ, ਕਿਉਂਕਿ ਇਹ ਵੋਟ ਬੈਂਕ ਆ। ਸਾਡੇ ਲੋਕ ਬਹੁਤ ਭੋਲੇ ਆ, ਜਿਨ੍ਹਾਂ ਨੂੰ ਪਿੱਛੇ ਲਾ ਲਿਆ ਜਾਂਦਾ ਹੈ ਤੇ ਸਾਡੇ ਲੋਕ ਲੱਗ ਜਾਂਦੇ ਨੇ। ਅੰਧ ਵਿਸ਼ਵਾਸ ਸਾਡਾ ਸਭ ਤੋਂ ਵੱਡਾ ਇਸ ਚੀਜ਼ ਦਾ ਕਾਰਨ ਆ। ਸਾਡੇ ਲੋਕਾਂ ਨੂੰ ਕੋਈ ਵੀ ਮਤਲਬ ਦਿਖਾ ਕੇ ਕਿ ਉਹ ਅੰਧ ਭਗਤੀ ਦੇ ਸ਼ਿਕਾਰ ਹੁੰਦੇ ਨੇ ਸਾਡੇ ਲੋਕ। ਮਤਲਬ ਸਿੱਧੀ ਜੀ ਗੱਲ ਹੈ, ਇਹ ਸਾਰੀਆਂ ਚੀਜ਼ਾਂ ਇੱਥੇ ਹੀ ਕਿਉਂ ਹੁੰਦੀਆਂ ਨੇ, ਇੰਡੀਆ 'ਚ ਹੀ ਕਿਉਂ ਹੁੰਦੀਆਂ? ਕਿਉਂਕਿ ਅੰਧ ਭਗਤੀ ਦੇ ਸ਼ਿਕਾਰ ਨੇ ਸਾਡੇ ਲੋਕ, ਤੇ ਇਹ ਫਿਰ ਥ੍ਰੈਟ ਬਣਦੇ ਨੇ ਸਾਡੀ ਸਿਕਿਉਰਿਟੀ ਨੂੰ। ਪਰ ਮੈਮ ਜਿਵੇਂ ਪਹਿਲਾਂ 2 ਵਾਰ 21 ਦਿਨ ਜਾਂ 30 ਦਿਨ ਲਈ ਆਉਂਦਾ, ਉਦੋਂ ਥੋੜਾ ਬਹੁਤਾ ਪ੍ਰਚਾਰ ਕੀਤਾ, ਪਰ ਇਸ ਵਾਰ ਜਿਹਨੂੰ ਅਸੀਂ ਕਹਿ ਲਈਏ ਹਾਈਪਰ ਐਕਟਿਵ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸੌਦਾ ਸਾਧ ਨਜ਼ਰ ਆ ਰਿਹਾ ਆ। ਆਨਲਾਈਨ ਪ੍ਰਵਚਨ ਦੇਣਾ, ਔਰ ਉਹਦੇ ਜਿਹੜੀ ਆਡੀਅנס ਹੈਗੀ, ਉਹਦੇ ਜਿਹੜੇ ਭਗਤ ਪ੍ਰੇਮੀ ਨੇ, ਉਹ ਉੱਥੇ ਜਾ ਕੇ ਆਪਣੇ ਕੁਐਸਚਨਸ ਕਰ ਰਿਹਾ, ਬਾਬਾ ਆਨਲਾਈਨ ਜਵਾਬ ਦੇ ਰਿਹਾ, ਕੁਝ ਸਟੇਟਮੈਂਟਸ ਜਾਰੀ ਕਰਨੀਆਂ, ਜਾਂ ਮੈਂ ਗੁਰੂ ਹਾਂ ਰਹਾਂਗਾ ਵਰਗੀਆਂ। ਸੋ ਜਿਵੇਂ ਇਸ ਵਾਰ ਥੋੜਾ ਜਿਹਾ ਇਹਦੇ ਤੇ ਜ਼ਿਆਦਾ ਡੈਪਥ ਦੇ ਨਾਲ ਗੱਲ ਹੋਈ ਹੈ ਜੀ। ਅਸੀਂ ਦਿੱਲੀ ਮਹਿਲਾ ਕਮਿਸ਼ਨ ਦੀ ਸਵਾਤੀ ਹੁਣਾਂ ਦੀ ਗੱਲ ਕਰੀਏ, ਉਹਨਾਂ ਨੇ ਇਹਦਾ ਵਿਰੋਧ ਕੀਤਾ ਆ। ਕੱਲ ਚੰਡੀਗੜ੍ਹ ਦੇ ਜਿਹੜੇ ਐਡਵੋਕੇਟ ਨੇ, ਉਹਨਾਂ ਦੇ ਵੱਲੋਂ ਵੀ ਇਹਦੇ ਉੱਤੇ ਪਟੀਸ਼ਨ ਪਾਈ ਗਈ ਹੈਗੀ। ਤੁਹਾਡਾ ਕੀ ਕਹਿਣਾ ਹੈ, ਕਾਨੂੰਨ ਕੀ ਕਹਿੰਦਾ ਕਿ ਜਦੋਂ ਇਸ ਤਰ੍ਹਾਂ ਦਾ ਸੰਗੀਨ ਅਪਰਾਧੀ ਚਾਹੇ ਪੈਰੋਲ ਤੇ ਵੀ ਬਾਹਰ ਹੈ, ਪਰ ਜੇ ਉਹਦਾ ਵਿਰੋਧ ਹੁੰਦਾ ਤਾਂ ਇਹਦਾ ਕੀ ਅਸਰ ਦੇਖਣ ਨੂੰ ਮਿਲਦਾ? ਕੀ ਫਿਰ ਇਹਦੇ ਨਾਲ ਇਹਨੂੰ ਕਿਤੇ ਨਾ ਕਿਤੇ ਜੇਲ੍ਹ ਦੇ ਵਿੱਚ ਰਹਿ ਸਕੇਗਾ, ਜਾਂ ਦੁਬਾਰਾ ਇਹਦੀ ਪੈਰੋਲ ਤੇ ਕੋਈ ਅਸਰ ਹੋਏਗਾ? ਮੈਂ ਤਾਂ ਕਹਿੰਦੀ ਹਾਂ ਬਿਲਕੁਲ ਹੋਣਾ ਚਾਹੀਦਾ। ਦੇਖੋ, ਇੱਦਾਂ ਦੀ ਚੀਜ਼ ਦਾ ਵਿਰੋਧ ਹੋਣਾ ਚਾਹੀਦਾ, ਕਿਉਂਕਿ ਜੇ ਕਿਸੇ ਨੂੰ ਪੈਰੋਲ ਮਿਲਦੀ ਆ ਤਾਂ ਪੈਰੋਲ ਦਾ ਪਰਪਸ ਹੁੰਦਾ ਕਿ ਉਹ
ਕੁਝ ਰੀਜ਼ਨ, ਮੈਂ ਪਹਿਲਾਂ ਹੀ ਕਹਿਣਾ ਸਪੈਸੀਫਿਕ ਰੀਜ਼ਨ ਹੁੰਦੇ ਆ, ਔਰ ਕੋਈ ਵੱਡੇ ਕਾਰਨ, ਬਿਲਕੁਲ ਵੱਡੇ ਗਾਣਾ ਕਾਰਨ ਰਿਲੀਜ਼ ਕਰਨ ਲਈ ਜੇਲ੍ਹ ਤੋਂ ਬਾਅਦ ਨਹੀਂ ਆ ਸਕਦਾ। ਹਾਂਜੀ, ਗਾਣਾ ਜਿਵੇਂ ਆ ਕੇ ਆਬਵੀਅਸ ਰਿਲੀਜ਼ ਨਹੀਂ ਆ ਕੀਤਾ ਸਕਦਾ, ਗਾਣਾ ਰਿਲੀਜ਼ ਕਰਨਾ ਕੋਈ ਉਹ ਥੋੜੀ ਆ। ਮੈਂ ਤੁਹਾਨੂੰ ਕੀ ਦੱਸ ਰਹੀ ਹਾਂ, ਰੀਜ਼ਨ ਦੱਸ ਰਹੀ ਹਾਂ। ਕਿਸੇ ਦਾ ਵਿਆਹ ਆ, ਫੈਮਿਲੀ ਦੇ ਵਿੱਚ ਕੋਈ ਜ਼ਿੰਮੇਵਾਰੀ ਹੈ ਨਾ, ਕੋਈ ਫੈਮਿਲੀ ਦੇ ਵਿੱਚ ਬਿਮਾਰ ਆ, ਠੀਕ ਹੈ, ਜਾਂ ਆਪਾਂ ਸੋਸ਼ਲ ਰਿਹੈਬਿਲਿਟੇਸ਼ਨ ਲਈ ਵੀ ਮੰਨ ਸਕਦੇ ਹਾਂ ਕਿ ਆਪਣੀ ਸੋਸ਼ਲ ਟਾਈਜ਼ ਆ ਜਿਹੜੀਆਂ ਸਮਾਜਿਕ ਤਾਲਮੇਲ ਦੀ ਖਾਤਰ ਵੀ ਆ ਸਕਦਾ ਆ, ਪਰ ਪ੍ਰਚਾਰ ਲਈ ਤਾਂ ਨਹੀਂ ਆ ਸਕਦਾ। ਰਿਸਟ੍ਰਿਕਸ਼ਨਸ ਨੇ ਨਾ, ਉਹ ਰਿਸਟ੍ਰਿਕਸ਼ਨਸ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਆ, ਸਵਾਲ ਇਹ ਆ। ਦੂਜਾ ਸਵਾਲ ਇਹ ਆ ਕਿ ਜਦ ਸਾਨੂੰ ਪਤਾ ਆ, ਸਾਡੇ ਕੋਲ ਨਿਤਿਆਨੰਦ ਵਰਗੀ ਐਗਜ਼ਾਮਪਲ ਆ ਵੀ ਉਹ ਵੀ ਆਪਣਾ ਇੱਕ ਕਲਟ ਬਣਾ ਰਿਹਾ ਸੀ, ਇਹ ਵੀ ਆਪਣਾ ਇੱਕ ਕਲਟ ਬਣਾ ਰਿਹਾ ਹੈ ਜੀ, ਠੀਕ ਹੈ। ਉਹਦੇ ਵੀ ਜਿਹੜੇ ਉਹ ਮਤਲਬ ਪ੍ਰੇਮੀ ਹੁੰਦੇ ਸੀ, ਉਹਨਾਂ ਨੂੰ ਕੁਝ ਹੋਰ ਦਿਖਦਾ ਹੀ ਨਹੀਂ ਸੀਗਾ, ਇੱਧਰ ਵੀ ਨਹੀਂ ਦਿਖਦਾ। ਬਾਅਦ ਵਿੱਚ ਜਿਹੜੇ ਬਾਹਰ ਆਏ ਆ, ਬਾਅਦ 'ਚ ਜਿਨ੍ਹਾਂ ਨੇ ਸਫ਼ਰ ਕੀਤਾ, ਉਹਨਾਂ ਨੇ ਆਵਾਜ਼ ਚੱਕੀ ਆ, ਠੀਕ। ਉਹ ਸੇਮ ਪੈਟਰਨ 'ਚ ਚੀਜ਼ਾਂ ਚੱਲ ਰਹੀਆਂ ਸੀ, ਪਤਾ ਨਹੀਂ ਪਹਿਲਾਂ ਕਿੰਨੀਆਂ ਹੋਰ ਦੇਖ ਰਹੇ ਆ, ਤੇ ਕਿਵੇਂ ਇਹਨੂੰ ਮਤਲਬ ਦੇ ਸਕਦੇ ਹੋ, ਸਵਾਲ ਇਹੀ ਆ। ਤੇ ਜੇ ਆਪਾਂ ਕਹਿੰਦੇ ਆ ਕਿ ਪੈਰੋਲ ਰੱਦ ਕੀਤੀ ਜਾ ਸਕਦੀ ਹੈ ਨੈਸ਼ਨਲ ਸਿਕਿਉਰਿਟੀ ਦੇ ਮੁੱਦੇ 'ਤੇ, ਹੁਣ ਪੰਜਾਬ ਦੇ ਵਿੱਚ ਤਾਂ ਇੰਟਰਨਲ ਸਿਕਿਉਰਿਟੀ ਵਾਕਈ ਸਾਡੀ ਜਿਹੜੀ ਹੈ ਡਿਸਟਰਬ ਹੋ ਰਹੀ ਹੈ ਨਾ, ਪੰਜਾਬ ਦਾ ਮਾਹੌਲ ਤਾਂ ਖਰਾਬ ਹੋ ਰਿਹਾ, ਕੋਈ ਕਵੇ ਨਾ ਕਵੇ, ਪਰ ਹੈਰਾਨੀ ਇਸ ਚੀਜ਼ ਦੀ ਆ ਕਿ ਸਭ ਨੂੰ ਆਪਣੀਆਂ ਵੋਟਾਂ ਇੰਨੀਆਂ ਕੁ ਪਿਆਰੀਆਂ ਨੇ ਕਿ ਕੋਈ ਲੀਡਰ ਬੋਲ ਹੀ ਨਹੀਂ ਰਿਹਾ, ਕੋਈ ਸਵਾਲ ਚੱਕ ਹੀ ਨਹੀਂ ਰਿਹਾ। ਇਹ ਵਕੀਲਾਂ ਨੇ ਸਾਡਿਆਂ ਨੇ ਜ਼ਿੰਮੇਵਾਰੀ ਚੱਕੀ ਆ। ਮੈਂ ਸੈਲਿਊਟ ਕਰਦੀ ਹਾਂ ਸਵਾਤੀ ਜੀ ਨੂੰ, ਜਿਹੜੇ ਲਗਾਤਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਖੈਰ ਸਾਡੇ ਇੱਥੇ ਜਿਨ੍ਹਾਂ ਨੂੰ ਬੋਲਣਾ ਚਾਹੀਦਾ ਉਹ ਨਹੀਂ ਬੋਲ ਰਹੇ ਹੈਗੇ, ਕਿਉਂਕਿ ਇਹ ਕੋਈ, ਜੇ ਆਪਾਂ ਕਹਿ ਦਈਏ ਨਾ ਕਿ ਇਹ ਮੈਟਰ ਹੈਗਾ ਆ ਹਰਿਆਣੇ ਦਾ, ਦਿਸ ਇਜ਼ ਨੋਟ ਕਿ ਇਹ ਹਰਿਆਣੇ ਦਾ ਮੈਟਰ ਹੈ, ਇਹ ਪੰਜਾਬ ਦਾ ਮੈਟਰ, ਕਿਉਂਕਿ ਇਸ ਚੀਜ਼ ਤੇ ਭਾਵੇਂ ਹਰਿਆਣਾ ਸਰਕਾਰ ਨੇ ਰਿਲੀਜ਼ ਕੀਤਾ, ਪਰ ਇੰਪੈਕਟ ਪੰਜਾਬ ਤੇ ਪੈਂਦਾ ਆ ਮਾਹੌਲ, ਕਿਉਂਕਿ ਇੱਕ ਰਿਫਟ ਚੱਲ ਰਿਹਾ, ਧਾਰਮਿਕ ਏਕਤਾ ਕਰਕੇ ਸਾਡਾ ਤਾਂ ਮਾਹੌਲ ਖਰਾਬ ਹੋ ਰਿਹਾ, ਸਾਡੇ ਲੋਕਾਂ ਦੇ ਵਿੱਚ ਤਾਂ ਆਪਸੀ ਜਿਹੜਾ ਪਿਆਰ ਆ ਉਹ ਖਤਮ ਹੋ ਰਿਹਾ ਆ, ਇੱਕ ਡਰ ਪੈਦਾ ਕੀਤਾ ਜਾ ਰਿਹਾ, ਔਰ ਕਿਤੇ ਨਾ ਕਿਤੇ ਉਹ ਇਨਸਿਕਿਉਰਿਟੀ ਦੀ ਸੈਂਸ ਦਿੱਤੀ ਜਾ ਰਹੀ ਆ ਕਿ ਜੇ ਇੱਕ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲਿਆ, ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਦੁਬਾਰਾ ਫੇਰ ਆਓ ਭਗਤ ਉਹਨਾਂ ਦੀ ਹੋ ਰਹੀ ਹੈ, ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਵੀ ਤੁਸੀਂ ਆਪਦੇ ਜਿਹੜੇ ਹੈਗੇ ਆ ਪ੍ਰਚਾਰ ਕਰੋ, ਤੇ ਉੱਤੇ ਦੀ ਗਲੋਰੀਫਾਈ ਕੀਤਾ ਜਾ ਰਿਹਾ ਇੱਕ ਰੇਪਿਸਟ ਨੂੰ, ਉਹਨੂੰ ਮੌਕਾ ਦਿੱਤਾ ਜਾ ਰਿਹਾ, ਤੇ ਉਹ ਐਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਵੀ ਸ਼ਾਇਦ ਜੁਡੀਸ਼ਰੀ ਗਲਤ ਸੀ, ਉਹਨੂੰ ਸਜ਼ਾ ਦੇਤੀ। ਜੀ ਮੈਮ, ਮੈਂ ਉਹੀ ਜਾਣਨਾ ਚਾਹੁੰਦੀ ਕਿ ਕਾਨੂੰਨ ਨੂੰ ਸਾਡੇ ਦੇਸ਼ ਸਭ ਤੋਂ ਉੱਪਰ ਮੰਨਿਆ ਜਾਂਦਾ ਹੈਗਾ। ਕਾਨੂੰਨ ਨੇ ਜਦੋਂ ਸੌਦਾ ਸਾਧ ਨੂੰ ਅੰਦਰ ਕੀਤਾ ਸੀਗਾ ਤਾਂ ਉਸ ਵੇਲੇ ਵੀ ਕਾਫੀ ਭੰਨ ਤੋੜ, ਵਾਇਲੈਂਸ ਦੇ ਹਾਲਾਤ ਬਣੇ ਸੀਗੇ। ਅੱਜ ਵੀ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦਾ ਨਜ਼ਰ ਆਉਂਦਾ, ਕਿਉਂਕਿ ਸੁਨਾਮ ਡੇਰੇ ਦੀ ਗੱਲ ਹੁੰਦੀ ਹੈ ਔਰ ਵਿਰੋਧ ਹੁੰਦਾ ਹੈ, ਔਰ ਫਿਰ ਉਹਦੇ ਵੱਲੋਂ ਇੱਕ ਸਟੈਪ ਬੈਕ ਲਿਆ ਜਾਂਦਾ ਹੈਗਾ, ਔਰ ਉਸ ਤੋਂ ਬਾਅਦ ਲਗਾਤਾਰ ਆਪਣੇ ਆਪ ਨੂੰ ਗੁਰੂ ਅਖਵਾਉਣਾ, ਹੈ ਨਾ। ਸੋ ਕਿਸ ਤਰੀਕੇ ਦੇ ਨਾਲ, ਕਿਉਂਕਿ ਸਾਨੂੰ ਗੁੰਮਰਾਹ ਵੀ ਕੀਤਾ ਜਾਂਦਾ ਕਿ ਵਿਰੋਧ ਕਰੋ ਜਾਂ ਲਾਈਕ ਡੇਰਾ ਪ੍ਰੇਮੀਆਂ ਦਾ ਵਿਰੋਧ ਕਰੋ। ਸੋ ਕਾਨੂੰਨੀ ਮਾਹਿਰ ਹੋਣ ਦੇ ਨਾਤੇ ਤੁਸੀਂ ਦੱਸੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ, ਜੇ ਇਹ ਗਲਤ ਹੈ, ਸੋਸਾਇਟੀ ਦੇ ਲਈ ਇਹ ਥ੍ਰੈਟ ਹੈ ਜਾਂ ਸਹੀ ਨਹੀਂ ਹੈ, ਤਾਂ ਕਿਸ ਤਰੀਕੇ ਨਾਲ ਲੀਗਲੀ ਵਿਰੋਧ ਕਰ ਸਕਦੀ ਹਾਂ ਔਰ ਉਹਦਾ ਕਿਵੇਂ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ? ਦੇਖੋ, ਇਸ ਚੀਜ਼ ਦੀ ਪਟੀਸ਼ਨ ਤਾਂ ਪਾਈ ਹੀ ਹੈਗੀ ਆ, ਹੈ ਨਾ। ਮੈਂ ਤਾਂ ਹੁਣ ਲੋਕ ਸੁਣ ਰਹੇ ਆ, ਮੈਂ ਤਾਂ ਆਪਣੇ ਲੋਕਾਂ ਨੂੰ ਇਹ ਅਪੀਲ ਕਰੂੰਗੀ ਕਿ ਇਸ ਚੀਜ਼ ਦਾ ਵਿਰੋਧ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ, ਪਰ ਪੀਸਫੁਲ ਤਰੀਕੇ ਨਾਲ। ਅਸੀਂ ਕੋਈ ਵੀ ਇਹੋ ਜਿਹਾ ਸਟੈਪ ਨਾ ਚੱਕੀਏ ਜਿਹਦੇ ਨਾਲ ਅਸੀਂ ਆਪ ਹੀ ਆਪਣਾ ਮਾਹੌਲ ਖਰਾਬ ਕਰ ਦਈਏ, ਜਾਂ ਅਸੀਂ ਗਰਮ ਹੋ ਕੇ ਕੋਈ ਇਹੋ ਜਿਹਾ ਸਟੈਪ ਚੱਕੀਏ। ਸੋ ਗਰਮ ਨਹੀਂ ਹੋਣਾ ਚਾਹੀਦਾ, ਸਾਡੇ ਕੋਲ ਜੁਡੀਸ਼ਰੀ ਦਾ ਤਰੀਕਾ ਹੈਗਾ ਆ। ਸੋ ਇਹਦੇ ਖਿਲਾਫ ਪਟੀਸ਼ਨ ਪਾਈ ਵੀ ਹੈਗੀ ਆ ਵਕੀਲ ਸਾਹਿਬ ਨੇ, ਅਰੋੜਾ ਸਾਹਿਬ ਨੇ, ਤੇ ਮੈਨੂੰ ਲੱਗਦਾ ਕਿ ਇਹਦੇ ਖਿਲਾਫ ਲੈਟਰਸ ਲਿਖੋ ਜੀ, ਲਿਖੇ ਜਾ ਸਕਦੇ ਆ। ਸੀਐਮ ਨੂੰ ਲਿਖੋ, ਪੀਐਮ ਨੂੰ ਲਿਖੋ, ਸੀਐਮ ਨੂੰ ਤਾਂ ਨਹੀਂ ਲਿਖ ਸਕਦੇ, ਪੀਐਮ ਨੂੰ ਲਿਖੋ, ਚੀਫ ਜਸਟਿਸ ਆਫ ਇੰਡੀਆ ਨੂੰ ਲਿਖੋ, ਚੀਫ ਜਸਟਿਸ ਆਫ ਹਾਈ ਕੋਰਟ ਨੂੰ ਲਿਖੋ, ਠੀਕ ਹੈ, ਲੈਟਰਸ ਲਿਖੋ ਵੀ ਇਹਨਾਂ ਦੀ ਜਿਹੜੀ ਪੈਰੋਲ ਹੈ, ਇਹਦੀ ਪੈਰੋਲ ਆ ਉਹ ਰੱਦ ਕੀਤੀ ਜਾਵੇ, ਤੇ ਇਹਨੂੰ ਪੈਰੋਲ ਨਾ ਦਿੱਤੀ ਜਾਵੇ, ਕਿਉਂਕਿ ਮਾਹੌਲ ਖਰਾਬ ਹੋ ਸਕਦਾ ਆ। ਤੇ ਦੂਜੀ ਗੱਲ ਮੈਂ ਫਿਰ ਉਹੀ ਹੈ ਨਾ ਕਹੂੰਗੀ ਕਿ ਸਾਡੇ ਕੋਲ ਐਗਜ਼ਾਮਪਲ ਆ ਕਿ ਉਹ ਇੱਥੋਂ ਭੱਜ ਗਿਆ, ਤੇ ਉਹਨੇ ਇੱਕ ਆਪਣਾ ਕਲਟ ਬਾਬੇ ਨੇ ਬਣਾਉਣ ਦੇ, ਉਹ ਸੇਮ ਪੈਟਰਨ ਆ, ਤੁਸੀਂ ਖੋਲ ਕੇ ਦੇਖ ਲਿਓ, ਪੈਰੋਲ ਤੇ ਆਂਦਾ ਰਿਹਾ ਔਰ ਫਿਰ ਚੱਕਮਾ ਦੇ ਕੇ ਬੇਲ ਦੇ ਉੱਤੇ ਆਇਆ, ਚੱਕਮਾ ਦੇ ਕੇ ਬੇਲ ਦੇ ਉੱਤੇ ਚੱਕਮਾ ਦੇ ਕੇ ਨਿਕਲ ਗਿਆ ਇੱਥੋਂ, ਠੀਕ ਹੈ। ਤੇ ਹੁਣ ਆਨਲਾਈਨ ਆਪਦੇ ਪ੍ਰੋਗਰਾਮ ਕਰਦਾ, ਹਲੇ ਵੀ ਅਪਰਾਧੀ ਜੇਲ੍ਹਾਂ 'ਚ ਭੱਜ ਜਾਂਦੇ, ਇਦਾਂ ਦੀਆਂ ਮਿਸਾਲਾਂ ਵੀ ਨੇ। ਔਰ ਅਸੀਂ ਉਹੀ ਤਾਂ ਗੱਲ ਕਹਿ ਰਹੀ ਆ ਨਾ ਕਿ ਇਹ ਸਾਨੂੰ ਗਲਤ ਪਾਸੇ ਲੈ ਕੇ ਜਾ ਰਿਹਾ। ਦੂਜੀ ਗੱਲ ਆ ਕਿ ਉਹ ਜਿਹੜੇ ਪ੍ਰਵਚਨ ਦੇ ਰਿਹਾ, ਉਹ ਪ੍ਰਚਾਰ ਕਰ ਰਿਹਾ, ਉਹਦੇ ਥਰੂ ਉਹਨੂੰ ਕੋਈ ਆਪਾਂ ਕਹਿ ਦਈਏ ਨਾ ਪੈਰੋਲ ਵੀ ਉਹਨੂੰ ਮਿਲਦੀ ਹੈ, ਜਿਹਨੂੰ ਅੰਦਰ ਗਿਲਟ ਹੁੰਦਾ ਕਿ ਮੈਂ ਗਲਤੀ ਕੀਤੀ ਆ, ਉਹ ਤਾਂ ਮੰਨਣ ਨੂੰ ਨਹੀਂ ਤਿਆਰ ਹੈਗਾ ਵੀ ਉਹਨੇ ਗਲਤੀ ਕੀਤੀ ਆ। ਅੱਛਾ, ਉਹਨੂੰ ਤਾਂ ਕਿਸੇ ਚੀਜ਼ ਦਾ ਪਛਤਾਵਾ ਹੀ ਨਹੀਂ ਹੈਗਾ ਕਿ ਬਾਹਰ ਆ ਕੇ
ਜਦੋਂ ਤੁਸੀਂ ਬਾਹਰ ਆ ਗਏ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਰਹਿੰਦੀਆਂ ਨੇ ਪੈਰੋਲ ਵਾਲੇ ਨੂੰ, ਔਰ ਜਿਵੇਂ ਅਸੀਂ ਸੌਦਾ ਸਾਧ ਦੇ ਮਾਮਲੇ 'ਚ ਦੇਖ ਰਹੇ ਹੈਗੇ ਆ, ਪ੍ਰਚਾਰ ਕਰਨਾ ਜਾਂ ਲੋਕਾਂ ਨੂੰ ਡੇਰਾ ਪ੍ਰੇਮੀਆਂ ਨੂੰ ਇਕੱਠੇ ਕਰਨਾ ਜਾਂ ਉਹਨਾਂ ਨੂੰ ਉਪਦੇਸ਼ ਦੇਣਾ, ਸੋ ਕੀ ਇਹ ਚੀਜ਼ਾਂ ਗਾਣਾ ਰਿਲੀਜ਼ ਕਰਨਾ ਇਹ ਹੱਕ ਨਹੀਂ? ਨਹੀਂ ਹੈਗੇ, ਇੱਕ ਅਪਰਾਧ ਨਹੀਂ ਹੈਗੇ, ਇਸੇ ਚੀਜ਼ ਦਾ ਤਾਂ ਵਿਰੋਧ ਕਰਨਾ ਬਣਦਾ। ਜੇ ਕੋਈ ਪੈਰੋਲ ਦੇ ਉੱਤੇ ਆਇਆ ਆ, ਉਹਦੇ ਲਈ ਸਰਟਨ ਕੰਡੀਸ਼ਨਸ ਨੇ, ਉਹ ਜਿਹੜੇ ਰੀਜ਼ਨ ਲਈ ਆਇਆ ਆ ਉਹਨੇ ਉਹ ਰੀਜ਼ਨ ਫੁੱਲਫਿਲ ਕਰਨਾ ਐਂਡ ਵਾਪਸ ਜਾਣਾ ਜਿਸ ਆ। ਐਮਰਜੈਂਸੀ ਲਈ ਉਹ ਆਇਆ ਹੈ। ਜਿਸ ਐਮਰਜੈਂਸੀ ਲਈ ਆਇਆ ਆ, ਮੰਨ ਲਓ ਮੈਂ ਫੇਰ ਹੋਈ ਆ ਕਿ ਕੋਈ ਪ੍ਰਿਜ਼ਨਰ ਆ, ਉਹਦੀ ਪਤਨੀ ਪ੍ਰੈਗਨੈਂਟ ਆ, ਬੱਚੇ ਦੀ ਡਿਲੀਵਰੀ ਹੋਣੀ ਆ, ਉਹਦੇ ਲਈ ਆ ਗਿਆ। ਉਹਦੀ ਮਦਰ ਫਾਦਰ ਕਿਸੇ ਦੇ ਬਿਮਾਰ ਹੁਣ ਨੇ, ਤੱਕ ਸੌਦਾ ਸਾਧ ਨੇ ਉਹਦੇ ਜੋ ਲਈ ਵੀ ਆ ਗਿਆ। ਕੀਤਾ ਕੁਛ ਵੀ ਐਮਰਜੈਂਸੀ 'ਚ ਨਹੀਂ ਆਉਂਦਾ ਕਾਨੂੰਨ ਮੈਨੂੰ ਤਾਂ ਵੱਲੋਂ। ਨਹੀਂ ਕਿਤੇ ਵੀ ਦਿਖੀ, ਕਾਨੂੰਨ ਵੱਲੋਂ ਇਹ ਕੋਈ ਵੀ ਐਮਰਜੈਂਸੀ ਨਹੀਂ ਹੈ ਮੈਨੂੰ ਪ੍ਰਚਾਰ ਤਾਂ ਨਹੀਂ ਕਰਨਾ। ਦਿਖੀ ਨਹੀਂ ਰਹੀ, ਨਹੀਂ ਹੈਗੀ। ਪ੍ਰਚਾਰ ਕਰਨਾ ਕਿਹੜੇ ਐਂਗਲ ਤੋਂ ਐਮਰਜੈਂਸੀ ਹੋ ਸਕਦਾ, ਤੁਸੀਂ ਆਪ ਦੱਸੋ। ਜੀ ਅਸੀਂ ਕਿਸੇ ਵੀ ਪ੍ਰਿਜ਼ਨਰ ਨੂੰ ਜਿਹਨੇ ਇਹੋ ਜਿਹੀਆਂ ਹਰਕਤਾਂ ਕਰਕੇ ਪਹਿਲਾਂ ਹੀ ਉਹ ਸਜ਼ਾ ਕੱਟ ਰਿਹਾ ਆ, ਤੇ ਉਹਨੂੰ ਕਿਵੇਂ ਇਸ ਚੀਜ਼ ਦੀ ਆਜ਼ਾਦੀ ਦੇ ਸਕਦੇ ਆ? ਠੀਕ ਆ, ਸਾਡੇ ਕੋਲ ਰਿਲੀਜੀਅਸ ਫਰੀडम ਆ, ਬਟ ਇਸ ਚੀਜ਼ ਦੀ ਫਰੀडम ਤਾਂ ਨਹੀਂ ਹੈਗੀ ਕਿ ਇੱਕ ਪ੍ਰਿਜ਼ਨਰ ਆ ਕੇ ਦੁਬਾਰਾ ਫਿਰ ਉਹ ਪ੍ਰਵਚਨ ਦੇ ਰਿਹਾ ਕਿ ਮੈਂ ਹੀ ਤੁਹਾਡਾ ਸਾਰਾ ਕੁਝ ਆ। ਉਸ ਨੂੰ ਰਿਅਲਾਈਜ਼ ਨਹੀਂ, ਇਹਦਾ ਮਤਲਬ ਉਹ ਲੋਕਾਂ ਦੇ ਮਾਈਂਡ 'ਚ ਇਹ ਚੀਜ਼ ਪਾ ਰਿਹਾ ਕਿ ਮੈਨੂੰ ਉਹ ਇੱਕ ਕਿਸਮ ਦੀ ਲੋਕਾਂ ਤੋਂ ਹਮਦਰਦੀ ਲੈ ਰਿਹਾ, ਜਾਂ ਫਿਰ ਉਹ ਆਪਣੇ ਆਪ ਨੂੰ ਹੋਰ ਵੱਡਾ ਆਈਡੀਅਲ ਦੇ ਤੌਰ ਤੇ ਪੇਸ਼ ਕਰ ਰਿਹਾ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਹੁੰਦਾ ਸੀਗਾ, ਜਿਹੜੇ ਵੀ ਚੰਗੇ ਪ੍ਰਚਾਰਕ ਹੁੰਦੇ ਸੀਗੇ, ਸਮਾਜ ਸੁਧਾਰਕ ਹੁੰਦੇ ਸੀਗੇ, ਧਾਰਮਿਕ ਗੁਰੂ ਹੁੰਦੇ ਸੀਗੇ, ਉਹਨਾਂ ਨੂੰ ਮੌਜੂਦਾ ਜਿਹੜੇ ਹਾਕਮ ਹੁੰਦੇ ਸੀਗੇ ਉਹ ਅੰਦਰ ਡੱਕ ਦਿੰਦੇ ਸੀ। ਵੀ ਰਹੇ ਆ ਕਿ ਸਾਡੇ ਜਿਹੜੇ ਗੁਰੂ ਜੀ ਨੇ ਉਹ ਇੱਕ ਮਿਸ਼ਨ ਤੇ ਜੇਲ੍ਹ ਵਿੱਚ ਨੇ। ਦੈਟਸ ਵਾਟ ਮੈਂ ਉਹੀ ਗੱਲ ਕਹਿ ਰਹੀ ਹਾਂ ਨਾ। ਹੁਣ ਉਹ ਐਗਜ਼ਾਮਪਲ ਦੇਣਗੇ ਕਿ ਜਿਵੇਂ ਮਤਲਬ ਗੁਰੂਆਂ ਪੀਰਾਂ ਨੂੰ ਆਪਾਂ ਗੱਲ ਕਰ ਲਓ, ਹੈ ਨਾ, ਕੋਈ ਵੀ ਰਿਲੀਜੀਅਸ ਗੁਰੂ ਆ, ਜਿਸ ਕ੍ਰਿਸਟ ਨੂੰ ਲਾ ਲਓ, ਕਿਸੇ ਨੂੰ ਵੀ ਲਾ ਲਓ, ਹੈ ਨਾ, ਵੀ ਉਹਨਾਂ ਨੂੰ ਮੌਜੂਦਾ ਹਾਕਮਾਂ ਨੇ ਬਰਦਾਸ਼ਤ ਨਹੀਂ ਕੀਤਾ ਤੇ ਅੰਦਰ ਡੱਕਤਾ। ਪਰ ਰੀਜ਼ਨ ਦੇਖੋ ਨਾ, ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਆ, ਕਿਤੇ ਨਾ ਕਿਤੇ ਮੈਸੇਜ ਦਿੱਤਾ ਜਾ ਰਿਹਾ, ਬਟ ਦਿਸ ਇਜ਼ ਨਾਟ ਦੀ ਫੈਕਟ। ਉਹਨਾਂ ਚੋਂ ਕਿਸੇ ਦੇ ਉੱਤੇ ਵੀ ਆ ਰੇਪ ਵਰਗੇ, ਕਿਸੇ ਦੇ ਮਰਡਰ ਵਰਗੇ ਸੰਗੀਨ ਜੁਰਮ ਤਾਂ ਨਹੀਂ ਲੱਗੇ ਹੋਏ ਸੀ। ਜੁਰਮ ਨੂੰ ਤਾਂ ਸਮਝੋ ਨਾ। ਉਹ ਆਪਣੇ ਆਪ ਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਇਹ ਕਹਿ ਰਿਹਾ ਕਿ ਜਿਹੜੇ ਰੇਪ ਵਿਕਟਮ ਸੀ ਜਾਂ ਜਿਹੜੇ ਕੇਸ ਸੀ ਉਹ ਝੂਠੇ ਨੇ। ਸੋ ਮੈਮ ਤੁਸੀਂ ਤਾਂ ਸਮਾਜਿਕ ਵਿਸ਼ਿਆਂ ਦੇ ਉੱਤੇ ਵੀ ਆਪਣੀ ਗੱਲ ਬੜੀ ਬੇਬਾਕੀ ਨਾਲ ਰੱਖਦੇ ਰਹਿੰਦੇ ਆ, ਸੋ ਇਹ ਮੈਂ ਇੱਕ ਐਜ਼ ਅ ਸਮਾਜਿਕ ਕਾਰਕੁਨ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਜਦੋਂ ਇੱਕ ਅਪਰਾਧੀ ਨੂੰ ਅਸੀਂ ਗੁਰੂ ਬਣ ਕੇ ਘੁੰਮਣ ਦੀ ਖੁੱਲ੍ਹ ਦੇ ਦਿੰਦੇ ਹੈਗੇ ਤੇ ਸਮਾਜ ਦੇ ਵਿੱਚ ਇਸ ਦੇ ਸਿੱਟੇ ਕਿੱਦਾਂ ਦੇ ਨਿਕਲਣਗੇ? ਸਿੱਟੇ ਤਾਂ ਉਹ ਜਿਹੜਾ ਵੀ ਨਿਤਿਆਨੰਦ ਉਹਦੇ ਵਰਗੇ ਨਿਕਲਣਗੇ ਨਾ। ਉਹ ਲੋਕਾਂ ਨੂੰ ਹੋਰ ਵੱਡੇ ਤਰੀਕੇ ਨਾਲ ਆਪਣੇ ਵੱਡੇ ਲੈਵਲ ਦੇ ਉੱਤੇ ਉਹ ਜਿਹੜੇ ਜੁਰਮ ਆ, ਕ੍ਰਾਈਮ ਆਫਟਰ ਕ੍ਰਾਈਮ ਕਰਦਾ ਜਾਏਗਾ। ਸਮਝ ਰਹੇ ਹੋ ਨਾ? ਜਦੋਂ ਅਸੀਂ ਉਸ ਚੀਜ਼ ਨੂੰ, ਸਿੱਧੀ ਜਿਹੀ ਗੱਲ ਆ, ਕਿਸੇ ਚੀਜ਼ ਨੂੰ ਵੀ, ਕਿਸੇ ਦੇ ਜੁਰਮ ਨੂੰ, ਕਿਸੇ ਮੁਜਰਮ ਨੂੰ ਗਲੋਰੀਫਾਈ ਕਰੋਗੇ ਤਾਂ ਜੁਰਮ ਆਫਟਰ ਜੁਰਮ ਕਰਦਾ ਹੀ ਜਾਏਗਾ। ਉਹਨੂੰ ਇੱਕ ਸ਼ੈ ਮਿਲ ਜੇਗੀ। ਔਰ ਦੇਖੋ ਜਦੋਂ ਕੋਈ ਫਰਾਰ ਹੁੰਦਾ ਨਾ, ਉਹਦੇ ਅੰਦਰ ਡਰ ਹੁੰਦਾ ਦਿਮਾਗ ਦੇ ਵਿੱਚ ਕਿ ਮੈਨੂੰ ਫੜੀ ਜਾਊਂ। ਜਦੋਂ ਬੰਦਾ ਫੜਿਆ ਜਾਂਦਾ ਉਹ ਇੱਕ ਪੀਸ ਆਫ ਸਟੇਟ ਚਲੇ ਜਾਂਦਾ ਵੀ ਠੀਕ ਆ ਫੜਿਆ ਗਿਆ, ਫਿਰ ਜੇਲ੍ਹ ਹੋ ਕੇ ਆ ਗਿਆ, ਉਹਦੇ ਮਾਈਂਡ 'ਚ ਆ ਜਾਂਦਾ ਵੀ ਠੀਕ ਆ ਕਿੱਡੀ ਕੁ ਗੱਲ ਆ, ਮੈਂ ਫਿਰ ਚਲਿਆ। ਸਮਝ ਰਹੇ ਹੋ? ਫਿਰ ਉਹਦੀ ਕ੍ਰਾਈਮ ਕਰਨ ਦੀ ਜਿਹੜੀ, ਜੇ ਆਪਾਂ ਕਹਿ ਦਈਏ ਕਿ ਸਾਡੇ ਇੱਥੇ ਸੁਧਾਰ ਵਾਲਾ ਜਾਂ ਜਿਹੜਾ ਹੈਗਾ ਹੈ ਨਾ, ਰਿਫਾਰਮ ਹੁੰਦੇ ਆ ਜੇਲ੍ਹ 'ਚ ਜਾ ਕੇ, ਸੁਧਾਰ ਕਰ ਮੰਨੇ ਜਾਂਦੇ ਆ, ਸਾਡੇ ਇੱਥੇ ਉਹ ਚੀਜ਼ ਕੁਛ ਕੁ % ਹੀ ਆ। ਅਸਲ ਦੇ ਵਿੱਚ ਤਾਂ ਕੋਈ ਜੇਲ੍ਹ 'ਚ ਜਾਂਦਾ ਉਦੋਂ ਵੱਡਾ ਕ੍ਰਿਮੀਨਲ ਬਣ ਕੇ ਆਉਂਦਾ ਆ। ਜੋ ਰਿਐਲਿਟੀ ਆ, ਜੋ ਮੰਨਣੀ ਪਊਗੀ, ਜੋ ਅਸੀਂ ਮੰਨਦੇ ਨਹੀਂ ਗੇ, ਠੀਕ ਹੈ। ਤੇ ਹੁਣ ਜੇ ਕੋਈ ਜੇਲ੍ਹ 'ਚ ਜਾ ਕੇ ਆਏ, ਉਹਨੂੰ ਪਤਾ ਲੱਗ ਗਿਆ ਵੀ ਕਿਹੜੇ ਲੂਪ ਹੋਲਸ ਨੇ, ਉਹ ਅੱਗੋਂ ਉਦੋਂ ਵੱਡਾ ਕ੍ਰਾਈਮ ਵੱਡੇ ਲੈਵਲ ਤੇ ਕਰੇਗਾ। ਸੋ ਸਾਨੂੰ ਇਸ ਚੀਜ਼ ਨੂੰ ਸੋਚਣਾ ਪਏਗਾ। ਮੈਂ ਤਾਂ ਖੁਦ ਅਪੀਲ ਕਰਦੀ ਹਾਂ ਕਿ ਸਾਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਆ, ਤੇ ਪੀਸਫੁਲ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ। ਜੇ ਅਸੀਂ ਇਕੱਠੇ ਹੋ ਕੇ, ਸਿੱਧੀ ਜੀ ਗੱਲ ਆ, ਇੱਕ ਸਟੇਟ ਨੂੰ, ਇੱਕ ਮਤਲਬ ਵੱਡੀ ਸਰਕਾਰ ਨੂੰ ਝੁਕਾ ਕੇ ਕਿਸਾਨ ਅੰਦੋਲਨ ਖੜਾ ਕਰਕੇ ਕਾਨੂੰਨ ਵਾਪਸ ਦਵਾ ਸਕਦੇ ਹਾਂ, ਤੇ ਫਿਰ ਇਹ ਕਿੱਡੀ ਕੁ ਗੱਲ ਆ। ਪਿਆਰ ਨਾਲ ਪੀਸਫੁਲੀ ਅਸੀਂ ਇਹਦੀ ਪੈਰੋਲ ਵੀ ਰੱਦ, ਬਿਲਕੁਲ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਜ਼ਰੀਏ, ਕਿਉਂਕਿ ਮਾਹੌਲ ਖਰਾਬ ਤਾਂ ਕਰਨਾ ਚਾਹੁੰਦੇ ਨੇ ਨਾ ਸਾਡਾ। ਉਹ ਤਾਂ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪੰਜਾਬ 'ਚ ਐਮਰਜੈਂਸੀ ਲੱਗੇ। ਅਸੀਂ ਪੰਜਾਬ 'ਚ ਐਮਰਜੈਂਸੀ ਨਹੀਂ ਲਾਉਣੀ, ਅਸੀਂ ਆਪਣੇ ਰਾਈਟ ਖਰਾਬ ਨਹੀਂ ਕਰਨੇ ਹੈਗੇ, ਅਸੀਂ ਤਰੀਕੇ ਨਾਲ ਚੱਲਣਾ ਆ। ਉਹ ਚੱਲਣਾ ਬਹੁਤ ਜ਼ਰੂਰੀ ਹੈ। ਔਰ ਪੰਜਾਬੀ, ਉਹਨਾਂ ਨੂੰ ਪਤਾ ਕਿ ਸਿੱਖਾਂ ਦੀਆਂ ਭਾਵਨਾਵਾਂ ਭੜਕੀਆਂ ਹੋਈਆਂ ਨੇ, ਇਹਨਾਂ ਨੂੰ ਖਰਾਬ ਕੀਤਾ ਜਾ ਸਕਦਾ। ਸੋ ਬੇਸਿਕਲੀ ਸੌਫਟ ਟਾਰਗੇਟ ਨਹੀਂ ਇਸ ਸਮੇਂ ਸਿੱਖ ਕਮਿਊਨਿਟੀ। ਮੈਂ ਸਪੈਸੀਫਿਕਲੀ ਇਹ ਇਸੇ ਲਈ ਬੋਲ ਰਹੀ ਹਾਂ ਕਿਉਂਕਿ ਇਹ ਲਿੰਕ ਆ, ਕਿਉਂਕਿ ਬੇਅਦਬੀ ਦਾ ਇਨਸਾਫ ਸਾਨੂੰ ਮਿਲਿਆ ਨਹੀਂ।
ਤੇ ਬੇਅਦਬੀ ਦੇ ਦੋਸ਼ੀ ਨੂੰ ਤੁਸੀਂ ਪੈਰੋਲ ਦੇ ਰਹੇ ਹੋ ਜੀ ਤੇ ਮਾਹੌਲ ਖਰਾਬ ਕਰਨ ਵਾਲੀ ਹੀ ਗੱਲ। ਉੱਤੇ ਦੀ ਉਹ ਕਹਿ ਰਿਹਾ ਮੈਂ ਡੇਰੇ ਆਪਣੇ ਨਵੇਂ ਬਣਾਉਂਗਾ ਪੰਜਾਬ 'ਚ, ਤੇ ਉਹਦੇ ਖਿਲਾਫ ਕੋਈ ਵੀ ਬੋਲ ਨਹੀਂ ਰਿਹਾ, ਕਿਉਂਕਿ ਸਾਰਿਆਂ ਦੀਆਂ ਵੋਟ ਬੈਂਕ ਇੱਕ ਤਕੜਾ ਉਹਦੇ ਤੋਂ ਮਿਲ ਰਿਹਾ ਆ। ਇਲੈਕਸ਼ਨਾਂ ਦੇਖੋ, ਫਰਵਰੀ 'ਚ ਆਉਂਦਾ ਪੰਜਾਬ ਅਸੈਂਬਲੀ ਇਲੈਕਸ਼ਨ, ਫੇਰ ਆਉਂਦਾ ਸਾਡੀ ਜਿਮਨੀ ਚੋਣ, ਹੁਣ ਸਮਝ ਫਿਰ ਰਹੇ ਹੋ? ਤਿੰਨ ਹੁਣ ਇਲੈਕਸ਼ਨਸ ਨੇ ਸੋ ਦੇਖੋ ਫਿਰ ਉਹ ਆਦਮਪੁਰ ਹਾਂ ਔਰ ਗੁਜਰਾਤ ਦੀਆਂ ਇਲੈਕਸ਼ਨਸ ਬਿਲਕੁਲ ਆਉਣ ਵਾਲੀਆਂ, ਬਿਲਕੁਲ ਹਿਮਾਚਲ ਦੇ ਵਿੱਚ। ਹਿਮਾਚਲ ਦੀਆਂ ਨੇ। ਸੋ ਉਹ ਸਾਰਾ ਕੁਝ ਉਹਦੇ ਦਿਮਾਗ ਦੇ ਵਿੱਚ ਆ ਵੀ ਜਿੱਥੇ ਵੀ ਪ੍ਰੇਮੀ ਨੇ ਉਹ ਕੋਈ ਪਹਿਲਾਂ ਕੋਈ ਕੈਸ਼ ਕਰਦਾ ਸੀ ਉਹਨੂੰ, ਹੁਣ ਕਿਸੇ ਹੋਰ ਦੇ ਹੱਥ ਉਹਦੀ ਡੋਰ ਆ, ਹੁਣ ਕੋਈ ਹੋਰ ਕੈਸ਼ ਕਰ ਰਿਹਾ ਆ। ਬੇਸਿਕਲੀ ਇਹਦੇ ਪਿੱਛੇ ਸਿਆਸਤ ਆ, ਜੋ ਅਸੀਂ ਮੰਨੀਏ ਨਾ ਮੰਨੀਏ ਉਹ ਰਿਐਲਿਟੀ ਆ। ਤੁਸੀਂ ਮੈਂ ਫਿਰ ਉਹੀ ਗੱਲ ਕਹੂੰਗੀ ਕਿ ਐਡਾ ਵੱਡਾ ਕਾਨੂੰਨ ਇੱਕਦਮ ਬਣ ਕੇ ਆ ਗਿਆ, ਫਰਵਰੀ 'ਚ ਆਉਂਦਾ ਆ, ਅਪ੍ਰੈਲ ਦੇ ਵਿੱਚ ਪ੍ਰੋਪਰ ਕਾਨੂੰਨ ਬਣ ਕੇ ਆ ਗਿਆ ਹਰਿਆਣੇ ਦੇ ਵਿੱਚ। ਤੇ ਹਰਿਆਣੇ ਦੇ ਵਿੱਚ ਇਹ ਕੋਇਨਸੀਡੈਂਟ ਤਾਂ ਨਹੀਂ ਹੋ ਸਕਦੇ, ਇਹ ਸੋਚਣ ਵਾਲੀ ਗੱਲ ਆ, ਸਮਝਣ ਵਾਲੀ ਗੱਲ ਆ। ਜੀ ਬਹੁਤ ਬਹੁਤ ਸ਼ੁਕਰੀਆ ਸਟੂਡੀਓ ਦੇ ਵਿੱਚ ਆਉਣ ਦੇ ਲਈ ਔਰ ਇਸ ਵਿਸ਼ੇ ਦੇ ਉੱਤੇ ਕਾਨੂੰਨੀ ਪਰਤਾਂ ਨੂੰ ਖੋਲ ਕੇ ਦੱਸਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਐਡਵੋਕੇਟ ਸਿਮਰਨਜੀਤ ਕੌਰ ਗਿੱਲ, ਔਰ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਕਾਨੂੰਨੀ ਤਰੀਕੇ ਦੇ ਨਾਲ ਔਰ ਕਾਨੂੰਨ ਦੇ ਵਿੱਚ ਜੋ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਵਰਤ ਕੇ ਸੰਗੀਨ ਅਪਰਾਧੀ ਇਹਨਾਂ ਦਾ ਫਾਇਦਾ ਚੁੱਕਦੇ ਨੇ। ਸੋ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਹੈਗਾ ਇੱਕ ਬਲਾਤਕਾਰੀ ਤੇ ਇੱਕ ਕਾਤਲ ਸੌਦਾ ਸਾਧ ਦਾ ਜਿਹੜਾ ਹੈਗਾ ਨਜ਼ਰ ਆ ਰਿਹਾ ਹੈਗਾ। ਪਰ ਇੱਕ ਅਪਰਾਧੀ ਜੇਕਰ ਪੈਰੋਲ ਤੇ ਵੀ ਬਾਹਰ ਆਉਂਦਾ ਤਾਂ ਵੀ ਉਹਨੂੰ ਹੱਕ ਨਹੀਂ ਹੈਗਾ ਕਿ ਉਹ ਆ ਕੇ ਇਸ ਤਰ੍ਹਾਂ ਦੇ ਨਾਲ ਪ੍ਰਚਾਰ ਕਰ ਸਕੇ ਜਾਂ ਇਸ ਤਰ੍ਹਾਂ ਦੇ ਨਾਲ ਘੁੰਮ ਸਕੇ ਕਿ ਉਸਨੇ ਕੋਈ ਕ੍ਰਾਈਮ ਹੀ ਨਹੀਂ ਕੀਤਾ ਹੈਗਾ। ਸੁਸਾਇਟੀ ਨੂੰ ਜਿਹੜਾ ਹੈਗਾ ਬਹੁਤ ਗਲਤ ਮੈਸੇਜ ਇਸ ਦੇ ਨਾਲ ਜਾਂਦਾ ਆ, ਕਿਉਂਕਿ ਕਾਨੂੰਨ ਦੇ ਵੱਲੋਂ ਹੀ ਉਸਨੂੰ ਬਲਾਤਕਾਰੀ ਜਾਂ ਕਾਤਲ ਜਿਹੜਾ ਮੰਨਿਆ ਗਿਆ ਆ, ਤਾਂ ਹੀ ਉਹਨੂੰ ਸਜ਼ਾ ਹੋਈ ਹੈ। ਔਰ ਉਹ ਸਜ਼ਾ ਕੱਟਦੇ ਬਾਹਰ ਆ ਕੇ ਉਹਦਾ ਪ੍ਰਚਾਰ ਕਰਨਾ ਜਿਹੜਾ ਸਮਾਜ ਦੇ ਲਈ ਬਹੁਤ ਖਤਰਨਾਕ ਹੈ। ਔਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਲਈ ਇਹ ਵਿਸ਼ਾ ਹੋਰ ਵੀ ਗੰਭੀਰ ਹੋ ਜਾਂਦਾ, ਕਿਉਂਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਹਦੀ ਤਾਰ ਸਿੱਖ ਧਰਮ ਦੇ ਨਾਲ ਜੁੜਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਜੁੜਦੀ ਹੈ। ਔਰ ਇੱਥੇ ਤਰਾਸਦੀ ਵੀ ਇਹ ਹੈ ਕਿ ਸਾਡੇ ਵੱਡੇ ਸਿੱਖ ਆਗੂ ਜੋ ਹਨ ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਸ ਦੇ ਉੱਤੇ ਚੁੱਪੀ ਵੱਟੀ ਨਜ਼ਰ ਆ ਰਹੇ ਹੈਗੇ ਨੇ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਹੈ ਅਜਿਹੇ ਅਪਰਾਧੀਆਂ ਨੂੰ ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਸਰੋਕਾਰ ਕੀਤਾ ਜਾਂਦਾ ਹੈਗਾ ਉਹਦੇ ਤੇ ਧਿਆਨ ਦਈਏ ਔਰ ਕੋਸ਼ਿਸ਼ ਕਰੀਏ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਰੋਧ ਕੀਤਾ ਜਾਵੇ, ਕਾਨੂੰਨ ਦੀ ਮਦਦ ਦੇ ਨਾਲ ਜਿਹੜਾ ਹੈਗਾ ਆ ਇਸ ਦੇ ਉੱਤੇ ਪੂਰਾ ਨਿਰੀਖਣ ਕੀਤਾ ਜਾਵੇ ਤੇ ਗੁੰਮਰਾਹ ਨਾ ਹੋਇਆ ਜਾਵੇ। ਸੋ ਸਾਡੀ ਕੋਸ਼ਿਸ਼ ਜਿਹੜੀ ਉਹ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗੀ। ਕਿਹੜੇ ਪਹਿਲੂ ਸਮਾਜ ਦੇ ਲਈ ਢੁਕਵੇਂ ਆ, ਕਿੰਨਾ ਤੇ ਗੱਲ ਹੋਣੀ ਚਾਹੀਦੀ ਹੈ, ਉਹਨਾਂ ਦੇ ਉੱਤੇ ਗੱਲ ਜ਼ਰੂਰ ਹੁੰਦੀ ਰਹੇਗੀ। ਇਸ ਲਈ ਤੁਸੀਂ ਦੇਖਦੇ ਰਹਿਣਾ ਰੋਜ਼ਾਨਾ ਸਪੋਕਸਮੈਨ ਟੀਵੀ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਦਿਓ ਆਗਿਆ। ਧੰਨਵਾਦ।